फतेह है, विघ्न विनाशन सोए। बंधन कीन चरण सिन धर के, बोलियो दय कर जोरन करके। वाहिगुरु जी का खालसा, वाहिगुरु जी की फतेह। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਇਸ ਵੇਲੇ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦਾ ਇਤਿਹਾਸ, ਜੋ ਲੜੀਵਾਰ ਕਥਾ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਉਹ ਸਰਵਣ ਕਰਨ ਵਾਸਤੇ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਮਿਲ ਕਰਕੇ ਬੈਠੇ ਹਾਂ। ਪਿਛਲੇ ਦੀਵਾਨ ਵਿੱਚ ਸਰਵਣ ਕਰ ਚੁੱਕੇ ਹਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਇੱਕ ਉਜੜੀ ਹੋਈ ਪੁਰਾਣੀ ਹਵੇਲੀ ਦੇ ਵਿੱਚ ਇੱਕ ਰਾਤ ਰੱਖਿਆ। ਇਸ ਦੇ ਵਿੱਚ ਇੱਕ ਪ੍ਰੇਤ ਰਹਿੰਦਾ। ਮਹਾਰਾਜ ਜੀਆਂ ਨੇ ਉਸ ਪ੍ਰੇਤ ਦਾ ਭਲਾ ਕੀਤਾ, ਉਪਦੇਸ਼ ਦੇ ਕੇ ਸਤਿਗੁਰਾਂ ਦੇ ਮੁਖ ਦਾ ਸੀਤਲ ਪ੍ਰਸਾਦ, ਜੋ ਉਸ ਨੇ ਸਤਿਗੁਰਾਂ ਨੇ ਗੰਨੇ ਦੀਆਂ ਗੁਲੇਰੀਆਂ ਚੂਸੀਆਂ ਸਨ, ਉਹਨਾਂ ਗਲੇਰੀਆਂ ਦੇ ਛਿਲਕੇ ਨੂੰ ਮੂੰਹ ਵਿੱਚ ਪਾ ਕੇ ਮੁਕਤੀ ਦੀ ਦਾਤ ਨੂੰ ਪ੍ਰਾਪਤ ਹੋਇਆ। ਕੁਝ ਛਿਲਕੇ ਜਿਹੜੇ ਸਨ ਉਹ ਮਹਾਰਾਜ ਜੀਆਂ ਨੇ ਕੰਧ ਤੋਂ ਪਾਰ ਦੂਸਰੇ ਪਾਸੇ ਸੁੱਟੇ ਸਨ। ਉੱਥੇ ਇੱਕ ਸਿੱਖ ਦਾ ਘਰ ਹੈ, ਉਹ ਛਿਲਕੇ ਉਸਨੇ ਆਪਣੇ ਮੂੰਹ ਵਿੱਚ ਲੈ ਕੇ ਚੁਬਾ ਲਏ। ਛਿਲਕੇ ਚਬਾਉਣ ਦੇ ਨਾਲ ਉਹਦੇ ਵਿੱਚ ਕਰਾਮਾਤ ਆ ਗਈ, ਸ਼ਕਤੀ ਆ ਗਈ ਹੈ। ਸ਼ਕਤੀ ਦੇ ਕਰਕੇ ਨਾਲ ਹੰਕਾਰ ਵੀ ਮਨ ਵਿੱਚ ਆ ਗਿਆ ਹੈ। ਇਹ ਇਤਿਹਾਸ ਆਪਾਂ ਪਿੱਛੇ ਸਰਵਣ ਕੀਤਾ। ਅੱਗੋਂ ਮਹਾਰਾਜ ਕੀ ਕਿਰਪਾ ਕਰਦੇ, ਇਹ ਆਪਾਂ ਅੱਜ ਬਚਨ ਜਿਹੜੇ ਨੇ ਸਰਵਣ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਨਾਲ ਸ਼ਰਧਾ ਨਾਲ ਸਤਿਗੁਰਾਂ ਦੇ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬੰਧਨ ਕੀਨ ਚਰਨ ਸਿਰ ਧਰ ਕੇ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੂੰ ਜਦੋਂ ਦਿਨ ਚੜ੍ਹਿਆ, ਔਰੰਗਜ਼ੇਬ ਨੇ ਆਪਣੇ ਵਜ਼ੀਰ ਤੇ ਸਿਪਾਹੀ ਭੇਜੇ, ਜਾਓ ਸਤਿਗੁਰਾਂ ਨੂੰ ਹਵੇਲੀ ਵਿੱਚੋਂ ਲੈ ਕੇ ਆਓ, ਮੈਂ ਉਹਨਾਂ ਨਾਲ ਬਚਨ ਬਿਲਾਸ ਕਰਦਾ। ਜਦੋਂ ਉਹ ਸਿਪਾਹੀ ਲੈਣ ਵਾਸਤੇ ਆਏ, ਸਤਿਗੁਰੂ ਹਵੇਲੀ ਵਿੱਚੋਂ ਬਾਹਰ ਨਿਕਲੇ ਨੇ ਅਤੇ ਉਸ ਵੇਲੇ ਜਿਹੜੇ ਸਤਿਗੁਰਾਂ ਦੇ 5 ਸਿੱਖ ਨਾਲ ਗਏ ਸਨ, ਭਾਈ ਦਿਆਲਾ ਜੀ ਵਰਗੇ, ਭਾਈ ਮਤੀ ਦਾਸ ਵਰਗੇ, ਇਸੇ ਤਰ੍ਹਾਂ ਭਾਈ ਗੁਰਦਿੱਤਾ ਜੀ ਵਰਗੇ, ਉਹ ਵੀ ਉੱਧਰੋਂ ਆ ਗਏ। ਉਹਨਾਂ ਨੇ ਸਤਿਗੁਰਾਂ ਦੇ ਚਰਨਾਂ 'ਤੇ ਆ ਕੇ ਮੱਥਾ ਟੇਕਿਆ। ਇਹ ਅਗਲੇ ਦਿਨ ਸਵੇਰ ਦੀ ਕਥਾ ਹੈ। ਜਦੋਂ ਹਵੇਲੀ ਵਿੱਚੋਂ ਬਾਹਰ ਨਿਕਲੇ, ਇਹਨਾਂ ਸਿੱਖਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ, ਨਮਸਕਾਰ ਕੀਤੀ ਹੈ। ਬੋਲਿਓ ਦਵੈ ਕਰ ਜੋਰਨ ਕਰਕੇ। ਇਸੇ ਤਰ੍ਹਾਂ ਕਹਿਣ ਲੱਗੇ ਵੀ ਉਹ ਜਿਹੜਾ ਸਿੱਖ ਸੀ ਜਿਹਦੇ ਕੋਲ ਕਰਾਮਾਤਾਂ ਸਨ, ਉਹ ਵੀ ਆ ਗਿਆ। ਉਹਨੇ ਵੀ ਮੱਥਾ ਟੇਕਿਆ ਮਹਾਰਾਜ ਜੀਆਂ ਨੂੰ, ਹੱਥ ਜੋੜ ਕੇ ਕਹਿਣ ਲੱਗਾ ਹੈ, ਸ੍ਰੀ ਸਤਿਗੁਰ ਕਿਉਂ ਸੰਕਟ ਸਹੀਆ। ਮਹਾਰਾਜ ਕਿਉਂ ਸੰਕਟ ਲੈਂਦੇ ਪਏ, ਇੰਨਾ ਦੁੱਖ, ਇੰਨਾ ਤਸ਼ੱਦਦ, ਰਾਤ ਦਾ ਤੁਹਾਨੂੰ ਹਵੇਲੀ ਵਿੱਚ ਬੰਦ ਕੀਤਾ। ਅਜੇ ਨਹੀਂ ਪਤਾ ਵੀ ਅੱਜ ਕੀ ਕਰਨਗੇ, ਕੱਲ੍ਹ ਕੀ ਕਰਨਗੇ, ਪਤਾ ਹੀ ਕੋਈ ਨਹੀਂ ਹੈ। ਕਿੰਨਾ ਸੰਕਟ ਸਹਿਣਾ ਪੈਣਾ, ਕਿੰਨਾ ਦੁੱਖ ਸਹਿਣਾ ਪੈਣਾ। ਪਾਤਸ਼ਾਹ ਜੀ ਇੰਨੀਆਂ ਕਰਾਮਾਤਾਂ ਦੇ ਹੁੰਦਿਆਂ, ਇੰਨੀਆਂ ਸ਼ਕਤੀਆਂ ਦੇ ਹੁੰਦਿਆਂ ਆਪ ਜੀ ਸੰਕਟ ਕਿਉਂ ਸਹਿੰਦੇ ਹੋ, ਕਿਉਂ ਤਕਲੀਫ ਸਹਿੰਦੇ ਹੋ। ਮਹਾਰਾਜ ਤੁਹਾਨੂੰ ਹੁਣ ਸੰਕਟ ਸਹਿਣ ਦੀ ਲੋੜ ਨਹੀਂ ਹੈ, ਦੁੱਖ ਸਹਿਣ ਦੀ ਲੋੜ ਨਹੀਂ ਹੈ। ਮੋਹ ਕੋ ਨੈਣ ਸਹਿਣ ਸੋ ਕਈਆ। ਮਹਾਰਾਜ ਤੁਹਾਨੂੰ ਕਹਿਣ ਦੀ ਵੀ ਲੋੜ ਨਹੀਂ। ਮੂੰਹੋਂ ਬੋਲ ਕੇ, ਜੇ ਤੁਹਾਨੂੰ ਲੱਗਦਾ ਵੀ ਮੂੰਹੋਂ ਬੋਲ ਕੇ ਕਹਿਣਾ ਔਖਾ, ਨਹੀਂ, ਤੁਸੀਂ ਬੋਲ ਕੇ ਵੀ ਨਾ ਆਖੋ, ਕੇਵਲ ਅੱਖ ਦਾ ਇਸ਼ਾਰਾ ਦੇ ਦਿਓ ਮੈਨੂੰ, ਤੇ ਮੈਂ ਸਮਝ ਜਾਵਾਂਗਾ ਵੀ ਤੁਸੀਂ ਕੀ ਚਾਹੁੰਦੇ ਹੋ। ਪਾਤਸ਼ਾਹ ਜੀ ਮੈਨੂੰ ਅੱਖ ਦਾ ਇਸ਼ਾਰਾ ਦਿਓ, ਮੈਂ ਸਮਝ ਜਾਵਾਂਗਾ ਤੁਹਾਡਾ ਇਸ਼ਾਰਾ। ਤੇ ਪਾਤਸ਼ਾਹ ਫਿਰ ਉਸ ਵੇਲੇ ਮੈਂ ਸਮਰਾਥੋਂ ਸਗਰੀ ਭਾਂਤ। ਇਸ ਵੇਲੇ ਮਹਾਰਾਜ ਮੇਰੇ ਵਿੱਚ ਕਰਾਮਾਤਾਂ ਬੜੀਆਂ, ਮੇਰੇ ਵਿੱਚ ਸ਼ਕਤੀਆਂ ਬੜੀਆਂ, ਤੁਹਾਡਾ ਇਸ਼ਾਰਾ ਪਾ ਕੇ ਮੈਂ ਜੋ ਚਾਹਾਂਗਾ ਉਹ ਕਰ ਸਕਦਾ। ਮੇਰੇ ਵਿੱਚ ਇੰਨੀ ਤਾਕਤ ਆ ਗਈ ਹੈ, ਮੈਂ ਜੋ ਮਰਜ਼ੀ ਚਾਹਾਂ ਉਹ ਕਰ ਸਕਦਾ ਹਾਂ। ਚਾਹੋ ਸੋ ਕਰੋ ਪਿੱਖੋਂ ਸਖਰਾਜ। ਮਹਾਰਾਜ ਮੈਂ ਜੋ ਚਾਹਾਂ ਨਾ ਇਸ ਵੇਲੇ ਕਰਾਂਗਾ। ਤੁਸੀਂ ਪ੍ਰਗਟ ਹੀ ਵੇਖ ਲਿਓ ਤੁਹਾਡੇ ਸਾਹਮਣੇ। ਮੈਨੂੰ ਕੋਈ ਤੁਹਾਨੂੰ
ਜਿਹੜੀ ਹੈ ਗਰੰਟੀ ਦੇਣ ਦੀ ਲੋੜ ਨਹੀਂ ਹੈ ਵੀ ਮੈਂ ਇਹ ਕਰਾਂਗਾ ਤੇ ਪਤਾ ਨਹੀਂ ਕਰਾਂਗਾ ਕਿ ਨਹੀਂ ਕਰਾਂਗਾ। ਨਹੀਂ, ਐਸਾ ਨਹੀਂ ਹੈ। ਮੈਂ ਤੁਹਾਡੇ ਜੋ ਕੁਝ ਕਰਨਾ ਸਾਹਮਣੇ ਹੀ ਕਰ ਦੇਣਾ। ਤੁਸੀਂ ਵੇਖੋ ਵੀ ਮੈਂ ਕਰਦਾ ਕੀ ਮੇਰੇ ਵਿੱਚ ਬੜੀਆਂ ਕਰਾਮਾਤਾਂ, ਮੇਰੇ ਵਿੱਚ ਬੜੀਆਂ ਤਾਕਤਾਂ ਨੇ। ਬਸ ਤੁਸੀਂ ਕਿਰਪਾ ਕਰ ਦਿਓ, ਇਸ਼ਾਰਾ ਦੇ ਦਿਓ, ਮੈਂ ਇਹੋ ਜਿਹਾ ਕੌਤਕ ਕਰਾਂਗਾ। ਤੁਸੀਂ ਆਪ ਆਪਣੇ ਅੱਖਾਂ ਨਾਲ ਵੇਖ ਲਿਓ ਵੀ ਮੈਂ ਕੀ ਕੁਝ ਕਰਦਾ ਹਾਂ। 100,000 ਲੱਖਨ ਕਿਆ ਗਨੋ। ਸਤਿਗੁਰੂ ਪਾਤਸ਼ਾਹ ਜੀਓ, ਭਾਵੇਂ ਔਰੰਗਜ਼ੇਬ ਦਾ 100 ਸਿਪਾਹੀ ਆ ਜਾਵੇ, ਮੈਨੂੰ ਕੋਈ ਪਰਵਾਹ ਨਹੀਂ। 100 ਬੰਦਾ ਮੇਰਾ ਕੁਝ ਨਹੀਂ ਵਿਗਾੜ ਸਕਦਾ। 100 ਤੋਂ ਬਾਅਦ ਵਿੱਚ ਭਾਵੇਂ 1000 ਬੰਦਾ ਆ ਜਾਵੇ, ਮਹਾਰਾਜ ਮੈਨੂੰ 1000 ਬੰਦੇ ਦੀ ਵੀ ਕੋਈ ਪਰਵਾਹ ਨਹੀਂ ਹੈ। 1000 ਤੇ ਛੱਡੋ, ਭਾਵੇਂ ਲੱਖਾਂ ਹੀ ਬੰਦੇ ਆ ਜਾਣ ਔਰੰਗਜ਼ੇਬ ਦੇ, ਲੱਖਾਂ ਦੀ ਗਿਣਤੀ ਵਿੱਚ ਫੌਜ ਆ ਜਾਵੇ, ਮਹਾਰਾਜ ਮੇਰੇ ਤੇ ਬਸ ਇਹ ਦੋਨਾਂ ਪੋਟਿਆਂ ਵਿੱਚ ਲੈ ਕੇ ਮੈਂ ਮਸਲ ਦੇਣੇ, ਇੰਨੀ ਤਾਕਤ ਹੈ ਮੇਰੇ ਵਿੱਚ। ਮੈਂ ਤੇ ਦੋਨਾਂ ਉਂਗਲਾਂ ਵਿੱਚ ਲੈ ਕੇ ਇਹਨਾਂ ਨੂੰ ਮਸਲ ਸਕਦਾ ਹਾਂ, ਭਾਵੇਂ ਲੱਖਾਂ ਦੀ ਗਿਣਤੀ ਵਿੱਚ ਕਿਉਂ ਨਾ ਆ ਜਾਣ, ਇੰਨੀ ਤਾਕਤ ਮੇਰੇ ਕੋਲ ਹੈ। ਤੁਰਕ ਪਤ ਜੋਤ ਸਭ ਹਨੋ। ਜਿੰਨੇ ਮੁਸਲਮਾਨ ਨੇ, ਕੱਲੇ ਔਰੰਗਜ਼ੇਬ ਦੀ ਫੌਜ ਦੀ ਗੱਲ ਨਹੀਂ ਹੈ, ਔਰੰਗਜ਼ੇਬ ਦੀ ਫੌਜ ਦੇ ਸਮੇਤ ਜਿੰਨੇ ਮੁਸਲਮਾਨ ਨੇ, ਮੈਂ ਸਾਰਿਆਂ ਨੂੰ ਕੱਲਾ ਮਾਰਨ ਦੇ ਸਮਰੱਥ ਹਾਂ, ਇੰਨੀ ਤਾਕਤ ਹੈ ਮੇਰੇ ਵਿੱਚ। ਇੱਥੇ ਹੀ ਬਸ ਨਹੀਂ, ਇਹਨਾਂ ਤੁਰਕਾਂ ਦਾ, ਮੁਗਲਾਂ ਦਾ ਰਾਜਾ ਜੋ ਔਰੰਗਜ਼ੇਬ ਹੈ, ਔਰੰਗਜ਼ੇਬ ਨੂੰ ਵੀ ਉਹਨਾਂ ਦੀਆਂ ਫੌਜਾਂ ਦੇ ਸਮੇਤ ਹੀ ਮਾਰ ਸਕਦਾ। ਬਸ ਤੁਸੀਂ ਇਸ਼ਾਰਾ ਦੇ ਦਿਓ, ਮਹਾਰਾਜ ਮੇਰੇ ਵਿੱਚ ਬਹੁਤ ਤਾਕਤ ਆ ਗਈ ਹੈ, ਬੜੀ ਵੱਡੀ ਕਰਾਮਾਤ ਦਾ ਇਸ ਵੇਲੇ ਮਾਲਕ ਬਣ ਗਿਆ। ਬਸ ਤੁਹਾਡਾ ਇਸ਼ਾਰਾ ਮਿਲਣ ਦੀ ਢੇਰ ਹੈ, ਮੈਂ ਔਰੰਗਜ਼ੇਬ ਨੂੰ ਸਮੇਤ ਫੌਜ ਦੇ ਮਾਰ ਸਕਦਾ। ਬਸ ਤੁਹਾਡੇ ਇਸ਼ਾਰੇ ਦੀ, ਤੁਹਾਡੇ ਹੁਕਮ ਦੀ ਲੋੜ ਹੈ। ਬਾਕੀ ਸੰਤਤ ਰਹੇ ਨਾ ਜੈਸੇ। ਮਹਾਰਾਜ ਮੈਂ ਇਸ ਤਰ੍ਹਾਂ ਦਾ ਇਹਨਾਂ ਦੇ ਉੱਪਰ ਸੰਕਟ ਪਾਵਾਂਗਾ, ਇਹਨਾਂ ਦੀ ਗਾਂ ਸੰਤਾਨ ਵੀ ਨਹੀਂ ਰਵੇਗੀ। ਮੇਰੇ ਵਿੱਚ ਤਾਕਤ ਇੰਨੀ ਹੈ, ਇਹਨਾਂ ਨੂੰ ਤੇ ਮਾਰ ਹੀ ਦੇਣਾ। ਜਿਹੜੀ ਇਹਨਾਂ ਦੀ ਅੱਗੇ ਸੰਤਾਨ ਹੈ, ਪੁੱਤ ਹੋਣਗੇ, ਪੋਤਰੇ ਹੋਣਗੇ, ਮੈਂ ਇਹਨਾਂ ਦਾ ਬੀ ਨਾਸ ਕਰ ਦਿਆਂਗਾ, ਬੀ ਨਹੀਂ ਰਵੇਗਾ, ਰਵੇਗੀ ਨਹੀਂ ਇਹਨਾਂ ਦੀ ਕੁੱਲ, ਮੈਂ ਸਭ ਕੁਝ ਸਮੇਟ ਦਿਆਂਗਾ। ਬਸ ਤੁਸੀਂ ਮੈਨੂੰ ਇੱਕ ਵਾਰੀ ਹੁਕਮ ਕਰਨਾ ਕਰੋ। ਮੈਂ ਕਰ ਕਰਮ ਦਿਖਾਵੋ ਐਸੇ। ਸਤਿਗੁਰੂ ਪਾਤਸ਼ਾਹ ਜੀ, ਇਹ ਮੈਂ ਹੁਣੇ ਕਰਕੇ ਵਿਖਾ ਸਕਦਾ, ਕੋਈ 6 ਮਹੀਨੇ ਦੀ, ਹਫ਼ਤੇ ਦੀ ਗੱਲ ਨਹੀਂ, ਕੋਈ 2-4 ਦਿਨਾਂ ਦੀ ਗੱਲ ਨਹੀਂ। ਬਸ ਤੁਸੀਂ ਹੁਕਮ ਕਰੋ, ਮੈਂ ਤੁਹਾਡੇ ਹੁਣੇ ਹੀ, ਤੁਹਾਡੇ ਸਾਹਮਣੇ ਇਹ ਝਾਟੀ ਸਭ ਕੁਝ ਕਰ ਸਕਦਾ। ਸਾਰੀ ਫੌਜ ਦੇ ਸਮੇਤ ਔਰੰਗਜ਼ੇਬ ਨੂੰ ਮਾਰ ਦੇਵਾਂਗਾ। ਇਹਨਾਂ ਦੇ ਪੁੱਤ ਪੋਤਰੇ ਜਿਹੜੇ ਘਰਾਂ ਵਿੱਚ ਬੈਠੇ ਹੋਣਗੇ, ਉਹਨਾਂ ਨੂੰ ਵੀ ਨਸ਼ਟ ਕਰ ਦੇਵਾਂਗਾ। ਇੰਨੀ ਮੇਰੇ ਕੋਲ ਕਰਾਮਾਤ ਹੈ। ਬਸ ਤੁਸੀਂ ਮੈਨੂੰ ਹੁਕਮ ਕਰਨਾ ਕਰੋ। ਇਹ ਮੈਂ ਜੇ ਬਿਲੰਬ ਕਚ ਲਓ। ਮਹਾਰਾਜ ਜੇ ਇਸ ਕੰਮ ਦੇ ਵਿੱਚ ਮੈਂ ਦੇਰੀ ਕਰਾਂ, ਤੁਹਾਨੂੰ ਲੱਗਦਾ ਵੀ ਇਹ ਕੰਮ ਕਰਨ ਲੱਗਿਆ ਮੈਨੂੰ ਘੰਟਾ ਲੱਗ ਜਾਏ, 2 ਘੰਟੇ ਲੱਗ ਜਾਣਗੇ, ਜੇ ਤੁਹਾਨੂੰ ਲੱਗਦਾ ਵੀ ਮੈਨੂੰ ਇਸ ਕੰਮ ਦੇ ਵਿੱਚ ਕੀਤਿਆਂ ਦੇਰੀ ਲੱਗੇਗੀ ਜਾਂ ਦੇਰ ਲੱਗ ਸਕਦੀ ਹੈ, ਅਬਰ ਕਰੋ ਜੇ ਐਸ ਕਹੋ। ਮਹਾਰਾਜ ਫਿਰ ਹੋਰ ਹੁਕਮ ਦੇ ਦਿਓ। ਜੇ ਤੁਹਾਨੂੰ ਲੱਗਦਾ ਵੀ ਇਹ ਕੰਮ ਨਹੀਂ ਕਰਨਾ, ਆਪਾਂ ਔਰੰਗਜ਼ੇਬ ਨੂੰ ਨਹੀਂ ਮਾਰਨਾ, ਔਰੰਗਜ਼ੇਬ ਦੀ ਫੌਜ ਨੂੰ ਨਹੀਂ ਮਾਰਨਾ, ਜਾਂ ਕਿਸੇ ਨੂੰ ਨਹੀਂ ਮਾਰਨਾ, ਜਾਂ ਲੱਗਦਾ ਵੀ ਇਸ ਕੰਮ ਦੇ ਵਿੱਚ ਟਾਈਮ ਲੱਗੇਗਾ, ਮਹਾਰਾਜ ਫਿਰ ਹੋਰ ਹੁਕਮ ਦੇ ਦਿਓ। ਕੀ ਕਰਾਂ ਦੱਸੋ, ਹੋਰ ਕੀ ਕਰ ਸਕਦਾ, ਤੁਸੀਂ ਮੈਨੂੰ ਹੁਕਮ ਕਰ ਦੇਵੋ। ਦਿੱਲੀ ਔਰ ਲਾਹੌਰ ਬਟਖਾਨਾ। ਇਹ ਦਿੱਲੀ ਸ਼ਹਿਰ ਜੋ ਹੈ ਬੜਾ ਪੁਰਾਣਾ ਹੈ, ਲਾਹੌਰ ਸ਼ਹਿਰ ਜੋ ਹੈ ਬੜਾ ਪੁਰਾਣਾ ਹੈ। ਕਹਿਣ ਲੱਗੇ ਵੀ ਇਹ ਜਿਹੜੇ ਪੁਰਾਣੇ 2 ਸ਼ਹਿਰ ਨੇ, ਇਹਨਾਂ ਵਿੱਚ ਬਹੁਤ ਜ਼ਿਆਦਾ ਮੁਗਲ ਵਸਦੇ ਨੇ, ਮੁਸਲਮਾਨ ਵਸਦੇ ਨੇ। ਦਿੱਲੀ ਜਿਹੜਾ ਦਾਲ ਤੋਂ ਬਣਿਆ ਹੈ, ਲਾਹੌਰ ਜਿਹੜਾ ਲਵ ਤੋਂ ਬਣਿਆ ਹੈ। ਇਹ ਜਿਹੜੇ 2 ਸ਼ਹਿਰਾਂ ਵਿੱਚ ਜਿੰਨੇ ਵੀ ਲੋਕ ਰਹਿੰਦੇ, ਜਿੰਨੀਆਂ ਵੀ ਫੌਜਾਂ, ਜਿੰਨੇ ਵੀ ਕਿਲੇ ਹਨ, ਜਿਨ ਮੈਂ ਤੁਰਕਨ ਜੋਰ ਮਹਾਨਾ। ਇਹਨਾਂ ਦੇ ਵਿੱਚ ਮੁਗਲਾਂ ਦਾ ਬਹੁਤ ਜ਼ਿਆਦਾ ਜ਼ੋਰ ਹੈ, ਕਿਉਂਕਿ ਰਾਜਧਾਨੀ ਹੈ ਦਿੱਲੀ। ਇਸ ਵੇਲੇ ਔਰੰਗਜ਼ੇਬ ਦੀਆਂ ਪੁਸ਼ਤਾਂ ਰਾਜ ਕਰਦੀਆਂ, ਵੱਡੇ ਵਡੇਰੇ ਰਾਜ ਕਰਦੇ। ਇਸ ਵੇਲੇ ਖੁਦ ਔਰੰਗਜ਼ੇਬ ਰਾਜ ਕਰਦਾ ਪਿਆ। ਲਾਹੌਰ ਵੀ ਇਹਨਾਂ ਦੇ ਕੋਲ ਹੀ ਹੈ, ਉੱਥੇ ਵੀ ਇਹਨਾਂ ਦੇ ਲੋਕ ਹੀ ਵਾਸਾ ਕਰਦੇ। ਇਸ ਵੇਲੇ ਔਰੰਗਜ਼ੇਬ ਦਾ ਅਤੇ ਉਹਦੇ ਪਰਿਵਾਰ ਦਾ ਦਿੱਲੀ ਦੇ ਵਿੱਚ, ਲਾਹੌਰ ਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਹੈ। ਇਹ ਦੋਨੇ ਸ਼ਹਿਰ ਗੜ੍ਹ ਮੰਨੇ ਜਾਂਦੇ ਮੁਸਲਮਾਨਾਂ ਦੇ। ਇਸ ਕਰਕੇ ਮਹਾਰਾਜ ਜਿਹੜੇ ਦੋਨੇ ਸ਼ਹਿਰ ਹਨ, ਇਸਤਰੀ ਆਜ ਸੁੱਤਾ ਸੁੱਤ ਸਾਰੇ। ਮਹਾਰਾਜ ਇਹਨਾਂ ਦੀਆਂ ਘਰ ਵਾਲੀਆਂ, ਜਿੰਨੇ ਮੁਗਲ ਨੇ ਨਾ ਤੁਹਾਨੂੰ ਦੁੱਖ ਦਿੰਦੇ ਪਏ, ਇਹਨਾਂ ਦੀਆਂ ਘਰ ਵਾਲੀਆਂ ਔਰ ਇਹਨਾਂ ਦੇ ਜਿਹੜੇ ਅੱਗੇ ਬੱਚੇ ਹੋਣਗੇ, ਜਿੰਨੇ ਵੀ ਨੇ, ਜਿੰਨੇ ਇਹਨਾਂ ਨੇ ਜੰਮੇ ਨੇ ਜਾਂ ਜਿੰਨੇ ਹਾਲੇ ਜਨਮ ਲੈਣ ਵਾਲੇ ਜਿੰਨੇ ਵੀ ਹਨ, ਬਸੇ ਮਲੇਸ਼ ਸਹਿਤ ਪਰਿਵਾਰੇ। ਇਹ ਜਿਹੜੇ ਮੁਗਲ ਨੇ ਸਮੇਤ ਪਰਿਵਾਰਾਂ ਦੇ ਲਾਹੌਰ ਵਿੱਚ ਰਹਿੰਦੇ, ਸਮੇਤ ਪਰਿਵਾਰਾਂ ਦੇ ਦਿੱਲੀ ਵਿੱਚ ਰਹਿੰਦੇ, ਜਿੰਨੇ ਵੀ ਇਹ ਦੋਨਾਂ ਸ਼ਹਿਰਾਂ ਵਿੱਚ ਰਹਿੰਦੇ ਹਨ। ਦੋਨੋਂ ਨਗਰਨ ਕੀ ਸਿੱਧ ਜੇਤੀ। ਮਹਾਰਾਜ ਇਹ ਦੋਹਾਂ ਸ਼ਹਿਰਾਂ ਦੀ ਜਿੰਨੀ ਧਰਤੀ ਹੈ, ਵੇਖੋ ਕਿੰਨੀ ਕਰਾਮਾਤ ਆ ਗਈ ਸਿੱਖ ਦੇ ਵਿੱਚ।
ਮਹਾਰਾਜ ਦੇ ਮੁਖ ਦੇ ਉਹ ਜਿਹੜੇ ਗਲੇਰੀਆਂ ਸਨ ਗੰਨੇ ਦੀਆਂ, ਉਹ ਇਸ ਨੇ ਚੂਸੀਆਂ ਮੂੰਹ ਦੇ ਵਿੱਚ ਚੂਪੀਆਂ ਨੇ। ਛਿਲਕੇ ਚੂਪੇ ਸਨ ਮਹਾਰਾਜ ਜੀਆਂ ਦਾ ਸੀਤਲ ਪ੍ਰਸ਼ਾਦ। ਇੰਨੀ ਤਾਕਤ ਆ ਗਈ, ਕਹਿਣ ਲੱਗਾ ਮਹਾਰਾਜ ਜਿੰਨੀ ਧਰਤੀ ਦੇ ਉੱਪਰ ਲਾਹੌਰ ਸ਼ਹਿਰ ਵਸਿਆ ਹੋਇਆ, ਜਿੰਨੀ ਧਰਤੀ ਦੇ ਉੱਪਰ ਦਿੱਲੀ ਸ਼ਹਿਰ ਵਸਿਆ ਹੋਇਆ, ਇਹ ਜਿੰਨਾ ਵੀ ਇਲਾਕਾ ਹੈ ਆਪਣੇ ਹੱਥ ਉਠਾਵੋ 33। ਮਹਾਰਾਜ ਤੁਹਾਡਾ ਹੁਕਮ ਬਸ ਆਈਦਾ, ਮੈਂ ਦੋਨਾਂ ਸ਼ਹਿਰਾਂ ਨੂੰ ਆਪਣੇ ਹੱਥ ਤੇ ਚੁੱਕ ਸਕਦਾ ਹਾਂ। ਇੰਨੀ ਤਾਕਤ ਹੈ ਮੇਰੇ ਵਿੱਚ। ਹਜ਼ਾਰਾਂ ਲੱਖਾਂ ਬੰਦਿਆਂ ਦੀ ਤੇ ਗਿਣਤੀ ਪਰੇ ਰਹਿ ਗਈ ਹੈ। ਮੈਂ ਤੇ ਸਮੇਤ ਮਕਾਨਾਂ ਦੇ, ਸਮੇਤ ਕਿਲਿਆਂ ਦੇ, ਸਮੇਤ ਇਹਨਾਂ ਦੇ ਪਰਿਵਾਰਾਂ ਦੇ, ਨਾ ਇਸਤਰੀਆਂ ਬਚਣਗੀਆਂ, ਨਾ ਜਿਹੜੇ ਬੱਚਿਆਂ ਨੇ ਜਨਮ ਲੈ ਲਿਆ ਉਹ ਬਚਣਗੇ, ਜਿਹੜੇ ਜਨਮ ਲੈਣ ਵਾਲੇ ਹਾਲੇ ਗਰਭ ਦੇ ਵਿੱਚ ਬੈਠੇ ਉਹ ਵੀ ਨਹੀਂ ਬਚਣਗੇ। ਤੁਹਾਡਾ ਹੁਕਮ ਹੋ ਜਾਵੇ ਪਾਤਸ਼ਾਹ, ਮੈਂ ਦੋਨਾਂ ਸ਼ਹਿਰਾਂ ਨੂੰ ਆਪਣੇ ਹੱਥ ਵਿੱਚ ਲੈ ਕੇ ਇਹਨਾਂ ਦੀ ਟੱਕਰ ਕਰਾ ਸਕਦਾ, ਆਪਸ ਵਿੱਚ ਇੱਕ ਦੂਜੇ ਦੇ ਨਾਲ ਇਹਨਾਂ ਦੇ ਸਿਰ ਪੜਵਾ ਸਕਦਾ, ਮਾਰ ਸਕਦਾ ਇੱਕ ਦੂਜੇ ਦੇ ਨਾਲ। ਤੁਹਾਡੇ ਹੁਕਮ ਦੀ ਲੋੜ ਹੈ, ਕਿਰਪਾ ਕਰਕੇ ਮੈਨੂੰ ਦੱਸਣਾ ਕਰੋ। ਬੜੇ ਬੇਗ ਸੋ ਇੰਟ ਕਰਾਏ। ਮਹਾਰਾਜ ਬੜੀ ਬੇਗ ਦੇ ਨਾਲ, ਬੜੀ ਸਪੀਡ ਦੇ ਨਾਲ ਮੈਂ ਦੋਨਾਂ ਸ਼ਹਿਰਾਂ ਦੀ ਆਪਸ ਵਿੱਚ ਟੱਕਰ ਕਰਵਾ ਦਿਆਂਗਾ। ਇੱਕ ਨੂੰ ਇਧਰੋਂ ਚਲਾ ਕੇ ਮਾਰਾਂਗਾ, ਦੂਜੇ ਨੂੰ ਦੂਜੇ ਪਾਸਿਓਂ ਚਲਾ ਕੇ ਸੁੱਟਾਂਗਾ। ਇੰਨੀ ਜ਼ੋਰ ਦੇ ਨਾਲ ਸੁੱਟਾਂਗਾ, ਦੋਨੇ ਸ਼ਹਿਰ ਸਮੇਤ ਜੜ੍ਹਾਂ ਦੇ ਆਪਸ ਵਿੱਚ ਟਕਰਾ ਕੇ, ਟੱਕਰ ਆਪਸ ਵਿੱਚ ਟੱਕਰ ਮਾਰ ਕੇ ਇਹ ਜਿਹੜੇ ਦੋਨੇ ਸ਼ਹਿਰ ਨੇ ਗਰਕ ਹੋ ਜਾਣਗੇ। ਦੋਨਾਂ ਸ਼ਹਿਰਾਂ ਵਿੱਚ ਜਿੰਨੇ ਲੋਕ ਰਹਿੰਦੇ ਇਹ ਵੀ ਗਰਕ ਹੋ ਜਾਣਗੇ। ਮੇਰੇ ਵਿੱਚ ਇੰਨੀ ਵੱਡੀ ਕਰਾਮਾਤ ਹੈ। ਭਗਨ ਕਰੋ ਮੰਦਰ ਸਮਝਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ, ਮੈਂ ਇਹਨਾਂ ਦੇ ਸਾਰੇ ਘਰ ਜਿਹੜੇ ਕਿਲੇ ਬਣੇ ਹੋਏ ਨਾ, ਵੱਡੇ ਵੱਡੇ, ਵੱਡੀਆਂ ਵੱਡੀਆਂ ਪੱਕੀਆਂ ਹਵੇਲੀਆਂ ਜਿਹੜੀਆਂ ਨੇ, ਉਹ ਵੀ ਸਾਰੀਆਂ ਮਲੀਆ ਮੇਟ ਕਰ ਦਿਆਂਗਾ। ਨਾ ਹਵੇਲੀ ਰਵੇਗੀ, ਨਾ ਕਿਲੇ ਰਹਿਣਗੇ, ਨਾ ਇਹਨਾਂ ਕਿਲਿਆਂ ਵਿੱਚ ਰਾਜ ਕਰਨ ਵਾਲੇ ਰਾਜੇ, ਇਹਨਾਂ ਦੇ ਸੈਨਾਪਤੀ, ਇਹਨਾਂ ਦੇ ਵਜ਼ੀਰ, ਇਹਨਾਂ ਦੇ ਮੰਤਰੀ, ਇਹਨਾਂ ਦੀਆਂ ਫੌਜਾਂ, ਇਹਨਾਂ ਦੇ ਪਰਿਵਾਰ, ਬੀਵੀ ਬੱਚੇ, ਕੁਝ ਨਹੀਂ ਬਚੇਗਾ। ਤੁਹਾਡੇ ਹੁਕਮ ਦੀ ਲੋੜ ਹੈ ਮਹਾਰਾਜ। ਇੰਨਾ ਦੁੱਖ ਕਿਉਂ ਸਹਿੰਦੇ ਪਏ ਹੋ? ਆਪ ਜੀ ਕਿਰਪਾ ਕਰਕੇ ਮੈਨੂੰ ਹੁਕਮ ਦੇ ਦਿਓ। ਜੇ ਬੋਲ ਕੇ ਨਹੀਂ ਕੁਝ ਕਹਿਣਾ ਤੇ ਅੱਖ ਦੇ ਇਸ਼ਾਰੇ ਨਾਲ ਹੀ ਸਮਝਾ ਦਿਓ। ਮਹਾਰਾਜ ਇਹ ਸਭ ਕੁਝ ਮੈਂ ਹੁਣੇ ਤੈਸ ਨੈਸ ਕਰ ਦਿਆਂਗਾ, ਇੰਨੀ ਮੇਰੇ ਵਿੱਚ ਤਾਕਤ ਹੈ। ਉਹਨ ਆਉਂਦੇ ਕਰ ਦੇਵੋ ਗੇਰ। ਮਹਾਰਾਜ ਜੇ ਤੁਸੀਂ ਚਾਹੁੰਦੇ ਹੋ ਵੀ ਇਹਨਾਂ ਦੀ ਟੱਕਰ ਨਹੀਂ ਕਰਾਉਣੀ, ਤੇ ਮਹਾਰਾਜ ਇੱਕ ਇਲਾਜ ਮੇਰੇ ਕੋਲ ਹੋਰ ਵੀ ਹੈ। ਕਿਹੜਾ ਇਲਾਜ ਹੈ? ਮੈਂ ਦੋਨੇ ਸ਼ਹਿਰਾਂ ਦੀ ਧਰਤੀ ਪੁੱਠੀ ਕਰ ਦਿੰਦਾ। ਦਿੱਲੀ ਦੇ ਥੱਲੇ ਚਲ ਜਾਏਗੀ, ਮਿੱਟੀ ਉੱਪਰ ਆ ਜਾਏਗੀ। ਲਾਹੌਰ ਵੀ ਮੂਧਾ ਕਰਕੇ ਧਰਤੀ ਵਿੱਚ ਮੈਂ ਧਸਾ ਦਿੰਦਾ, ਉੱਪਰ ਮਿੱਟੀ ਪਾ ਦਿੰਦਾ। ਜੇ ਤੁਸੀਂ ਆਖਦੇ ਹੋ ਨਾ ਵੀ ਸ਼ਹਿਰਾਂ ਦੀ ਟੱਕਰ ਨਹੀਂ ਕਰਾਉਣੀ ਹੈ, ਮੈਂ ਇਹਨਾਂ ਸ਼ਹਿਰਾਂ ਨੂੰ ਉਲਟੇ ਕਰਕੇ ਧਰਤੀ ਵਿੱਚ ਦੱਬ ਸਕਦਾ। ਇੰਨੀ ਮੇਰੇ ਵਿੱਚ ਤਾਕਤ ਹੈ। ਬਸ ਆਪ ਜੀ ਦੇ ਹੁਕਮ ਦੀ ਲੋੜ ਹੈ। ਮਹਾਰਾਜ ਕਿਰਪਾ ਕਰੋ। ਜਿਸ ਦੇ ਦੁਸ਼ਟ ਨਾ ਉਕਸੇ ਫੇਰ। ਮਹਾਰਾਜ ਮੈਂ ਇਹੋ ਜੀ ਮਾਰ ਮਾਰਾਂਗਾ, ਇਹਨਾਂ ਦਾ ਮੁੜ ਕੇ ਪੁਸ਼ਤਾਂ ਤੱਕ, ਪੀੜ੍ਹੀਆਂ ਤੱਕ ਹਿੰਮਤ ਨਹੀਂ ਪਵੇਗੀ ਗੁਰੂ ਘਰ ਦੇ ਵੱਲ ਵੇਖਣ ਦੀ। ਪਾਤਸ਼ਾਹ ਤੁਸੀਂ ਦੁਨੀਆ ਦੇ ਵਿੱਚ ਆਪ ਪਰਮੇਸ਼ਰ ਦਾ ਰੂਪ ਹੋ, ਤੁਸੀਂ ਦੁਨੀਆ ਤੇ ਆਏ ਹੋ ਭਲਾ ਕਰਨ ਵਾਸਤੇ। ਇਹ ਲੋਕ ਤੁਹਾਡਾ ਬੁਰਾ ਕਰਦੇ ਪਏ, ਤੁਹਾਨੂੰ ਕੈਦ ਵਿੱਚ ਪਾ ਕੇ ਬੈਠੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਓ, ਮੈਨੂੰ ਹੁਕਮ ਕਰੋ, ਮੈਂ ਇਹਨਾਂ ਮੁਗਲਾਂ ਨੂੰ ਸਮੇਤ ਘਰਾਂ ਦੇ ਧਰਤੀ ਵਿੱਚ ਗੱਡ ਦਿੰਦਾ, ਮੂਧਾ ਕਰਕੇ। ਬਸ ਤੁਹਾਡੇ ਹੁਕਮ ਦੀ ਲੋੜ ਹੈ। ਮੇਰੇ ਵਿੱਚ ਇੰਨੀ ਕਰਾਮਾਤ ਹੈ। ਇਹ ਸਿੱਖ ਜਿਹੜਾ ਹੈ ਨਾ, ਜਿਹਨੇ ਮਹਾਰਾਜ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਗੰਨੇ ਦੇ ਛਿਲਕੇ ਚੂਪੇ ਨੇ, ਉਹਦੇ ਵਿੱਚ ਇੰਨੀ ਕਰਾਮਾਤ ਹੈ। ਉਹ ਇਹ ਗੱਲਾਂ ਕਹਿ ਰਿਹਾ, ਮਹਾਰਾਜ ਤੁਸੀਂ ਹੁਕਮ ਕਰੋ, ਮੈਂ ਇਹਨਾਂ ਦੇ ਕੀਤੇ ਦੀ ਸਜ਼ਾ ਦੇਵਾਂ। ਤੇ ਕਹਿਣ ਲੱਗੇ ਇਤੀ ਆਦਿਕ ਹੈ ਸ਼ਕਤ ਵਿਸ਼ਾਲਾ। ਮਹਾਰਾਜ ਸਾਹਿਬ ਜੀਓ, ਇਹ ਮੇਰੇ ਵਿੱਚ ਸ਼ਕਤੀਆਂ ਨੇ, ਇਹ ਮੇਰੇ ਵਿੱਚ ਕਰਾਮਾਤਾਂ ਨੇ। ਇਹ ਤੇ ਮੈਂ ਤੁਹਾਨੂੰ ਦੋ ਤੇ ਨਹੀਂ ਦਸੀਆਂ ਨੇ ਵੀ ਜੇ ਤੁਸੀਂ ਕਹੋ ਤੇ ਮੈਂ ਲੱਖਾਂ ਬੰਦਾ ਮਾਰ ਦਿਆਂ, ਜੇ ਤੁਸੀਂ ਕਹੋ ਤੇ ਦਿੱਲੀ ਤੇ ਲਾਹੌਰ ਦੀ ਮੈਂ ਆਪਸ ਵਿੱਚ ਟੱਕਰ ਕਰਵਾ ਦਿਆਂ, ਜੇ ਤੁਸੀਂ ਕਹੋ ਤੇ ਮੈਂ ਦਿੱਲੀ ਤੇ ਲਾਹੌਰ ਨੂੰ ਮੂਧਾ ਕਰਕੇ ਧਰਤੀ ਵਿੱਚ ਗੱਡ ਦਿਆਂ। ਇਹ ਤੇ ਮੈਂ ਤੁਹਾਨੂੰ ਤਿੰਨ ਕਰਾਮਾਤਾਂ ਦਸੀਆਂ, ਪਰ ਮਹਾਰਾਜ ਮੇਰੇ ਵਿੱਚ ਕਰਾਮਾਤਾਂ ਹੈਨ ਬਹੁਤ ਜ਼ਿਆਦੀਆਂ, ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ, ਜਿਹੜੀਆਂ ਲਿਖੀਆਂ ਨਹੀਂ ਜਾ ਸਕਦੀਆਂ, ਜਿਹੜੀਆਂ ਦਸੀਆਂ ਨਹੀਂ ਜਾ ਸਕਦੀਆਂ। ਮੇਰੇ ਵਿੱਚ ਬੜੀਆਂ ਕਰਾਮਾਤਾਂ, ਕੇਵਲ ਤੁਸੀਂ ਹੁਕਮ ਕਰੋ ਵੀ ਕਰਨਾ ਕੀ ਹੈ, ਮੈਂ ਉਸੇ ਤਰ੍ਹਾਂ ਕਰ ਦੇਵਾਂਗਾ। ਨਾਕ ਆਪ ਕੀਜੇ ਇਸ ਕਾਲਾ। ਸਤਿਗੁਰੂ ਪਾਤਸ਼ਾਹ ਜੀ ਇੱਕ ਬਚਨ ਕਰੋ ਨਾ, ਬਸ ਆਪਣੇ ਮੁਖ ਤੋਂ ਇਹ ਕਹਿ ਦਿਓ ਮਹਾਰਾਜ ਵੀ ਸਿੱਖਾ ਜਾ ਆ ਕੰਮ ਕਰ ਦੇ। ਬਸ ਇੰਨਾ ਕਹਿਣ ਦੀ ਲੋੜ ਹੈ। ਇਦੋਂ ਵੱਧ ਤੁਸੀਂ ਕੁਝ ਨਹੀਂ ਕਹਿਣਾ, ਬਾਕੀ ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣੇ। ਮਹਾਰਾਜ ਇੱਕ ਬਚਨ ਦੇ ਦਿਓ, ਬਸ ਤੁਹਾਡੇ ਇੱਕ ਬਚਨ ਦੇ ਨਾਲ ਸਭ ਕੁਝ ਫਤਿਹ ਹੋ ਜਾਣਾ। ਤੁਹਾਡੇ ਹੁਕਮ ਦੀ ਲੋੜ ਹੈ। ਰਾਵਰ ਕੇਰ ਨਾਦਰ ਕਰੀ। ਮਹਾਰਾਜ ਇਹਨਾਂ ਲੋਕਾਂ ਨੇ ਤੁਹਾਡਾ ਨਿਰਾਦਰ ਕੀਤਾ, ਸਤਿਕਾਰ ਨਹੀਂ ਕੀਤਾ। ਤੁਸੀਂ ਉਹ ਸਤਿਕਾਰ ਜੋ
ਪਰ ਇਹਨਾਂ ਲੋਕਾਂ ਨੇ ਸਤਿਕਾਰ ਤੇ ਕੀ ਕਰਨਾ, ਇਹ ਸਗੋਂ ਤੁਹਾਡੀ ਨਰਾਦਰੀ ਕਰਦੇ ਪਏ। ਕਦੇ ਤੁਹਾਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰ ਲੈਂਦੇ, ਕਦੇ ਦਿੱਲੀ ਲਿਆ ਕੇ ਭੂਤਾਂ ਵਾਲੀ ਹਵੇਲੀ ਵਿੱਚ ਬਿਠਾ ਦਿੰਦੇ, ਨਾ ਛਕਣ ਨੂੰ ਪ੍ਰਸ਼ਾਦਾ ਨਾ ਸੇਵਾ ਵਾਸਤੇ ਸਿੱਖ ਕੋਲ ਰਹਿਣ ਦਿੰਦੇ। ਇਹਨਾਂ ਨੇ ਤੁਹਾਡਾ ਇਹੋ ਜਿਹਾ ਨਰਾਦਰ ਕੀਤਾ, ਤਿਰਸਕਾਰ ਕੀਤਾ। ਮਹਾਰਾਜ ਇਹਨਾਂ ਨੇ ਚੰਗਾ ਨਹੀਂ ਕੀਤਾ ਹੈ। ਤੁਰਕ ਮੰਦ ਮਤ ਕੁਛ ਨਾ ਵਿਚਰਈ। ਇਹ ਜਿਹੜੇ ਤੁਰਕ ਨੇ ਨਾ ਮਹਾਰਾਜ, ਇਹ ਮੰਦੀ ਮਤ ਵਾਲੇ ਨੇ, ਇਹਨਾਂ ਦੀ ਸੋਚ ਹੀ ਚੰਗੀ ਨਹੀਂ। ਜਦੋਂ ਬੰਦੇ ਦੀ ਸੋਚ ਹੀ ਘਟੀਆ ਹੋ ਜਾਵੇ ਤੇ ਫਿਰ ਉਹ ਘਟੀਆ ਹੀ ਸੋਚੇਗਾ ਨਾ। ਘਟੀਆ ਸੋਚ, ਘਟੀਆ ਬੰਦੇ ਦੀ ਸੋਚ ਵੀ ਘਟੀਆ ਹੀ ਹੁੰਦੀ ਹੈ। ਮਹਾਰਾਜ ਇਹ ਲੋਕ ਨੇ ਘਟੀਆ, ਮੰਦੀ ਮਤ ਵਾਲੇ, ਮਾੜੀ ਮਤ ਵਾਲੇ। ਇਹਨਾਂ ਨੇ ਹਮੇਸ਼ਾ ਪਾਪ ਕਰਨਾ ਹੀ ਸਿੱਖਿਆ, ਪਾਪ ਕਰਦੇ ਹੀ ਇਹਨਾਂ ਦੇ ਵੱਡੇ ਵਡੇਰੇ ਰਹਿ। ਉਹੀ ਕੰਮ ਇਹਨਾਂ ਦਾ। ਜੇ ਤੁਸੀਂ ਆਖੋਗੇ ਵੀ ਤੁਸੀਂ ਚੁੱਪ ਕਰਕੇ ਬੈਠੇ ਰਹੋ ਤੇ ਇਹ ਸਮਝ ਜਾਣਗੇ, ਮਹਾਰਾਜ ਨਹੀਂ, ਇਹਨਾਂ ਨੇ ਸਮਝਣਾ ਨਹੀਂ। ਜਿੰਨਾ ਮਰਜ਼ੀ ਚੁੱਪ ਕਰਕੇ ਬੈਠੇ ਰਹੋ, ਇਹ ਲੋਕ ਸਜ਼ਾ ਦਿੱਤਿਆਂ ਸਮਝਦੇ ਨੇ। ਇਸ ਕਰਕੇ ਮੈਨੂੰ ਹੁਕਮ ਕਰਨਾ ਕਰੋ। ਚੌਕੀਦਾਰ ਖਰੇ ਚੌ ਪਾਸੇ। ਜਦੋਂ ਇਹ ਸਿੱਖ ਬਚਨ ਕਰਦਾ ਪਿਆ ਸੀ ਨਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ, ਤੇ 4 ਚੁਫੇਰੇ ਔਰੰਗਜ਼ੇਬ ਦੇ ਸਿਪਾਹੀ ਖਲੋਤੇ ਹੋਏ, ਪਹਿਰੇ ਦੇ ਉੱਪਰ ਚੌਕੀਦਾਰ ਉਹ ਖਲੋਤੇ ਹੋਏ ਹਨ। ਕੈਦ ਕਰਿਓ ਚਾਹੇ ਦੁਖ ਰਾਸੇ। ਸਤਿਗੁਰੂ ਪਾਤਸ਼ਾਹ ਜੀਓ, ਬਹੁਤ ਦੁੱਖ ਦੇਣਾ ਇਹ ਜਿਹੜੇ ਹਨ, ਇਹ ਤੁਹਾਨੂੰ ਕੈਦ ਕਰਕੇ ਦੁੱਖ ਦੇਣਾ ਚਾਹੁੰਦੇ ਹਨ। ਇੰਤੇ ਕਿਉਂ ਸਹੀਏ ਅਪਮਾਨ। ਸਤਿਗੁਰੂ ਕਿਉਂ ਇਹਨਾਂ ਕੋਲੋਂ ਅਪਮਾਨ ਸਹਿੰਦੇ ਪਏ ਹੋ? ਆ 4 ਸਿਪਾਹੀ ਕੀ ਨੇ? ਮੇਰੇ ਵਿੱਚ ਤਾਕਤ ਇੰਨੀ ਹੈ, ਮੈਂ ਤੇ 2 ਸ਼ਹਿਰਾਂ ਨੂੰ ਗਰਕ ਕਰ ਸਕਦਾ। ਆ 4 ਸਿਪਾਹੀਆਂ ਦੇ ਕੋਲੋਂ ਤੁਸੀਂ ਅਪਮਾਨ ਸਹਿੰਦੇ ਪਏ ਹੋ, ਨਰਾਦਰ ਸਹਿੰਦੇ ਪਏ, ਕਸ਼ਟ ਸਹਿੰਦੇ ਪਏ। ਕਿਉਂ ਸਹਿੰਦੇ ਪਏ ਮਹਾਰਾਜ? ਮੈਨੂੰ ਹੁਕਮ ਦੇਣਾ ਕਰੋ। ਐਸੀ ਕਰੋ ਪਰੇ ਪਗਿਆਨ। ਇਹ ਮੈਂ ਇਹੋ ਜੀ ਮਾਰ ਮਾਰਾਂਗਾ ਜਿਹੜੇ ਲੋਕ ਅੱਜ ਤੁਹਾਨੂੰ ਲੋਹੇ ਦੀਆਂ ਹੱਥ ਘੜੀਆਂ ਦੇ ਨਾਲ ਬੱਧੀ ਬੈਠੇ ਨੇ, ਜਿਹੜੇ ਲੋਕ ਤੁਹਾਨੂੰ ਕੈਦ ਕਰਕੇ ਬੈਠੇ ਨੇ, ਮੈਂ ਇਹੋ ਜੀ ਸਜ਼ਾ ਦੇਵਾਂਗਾ। ਇਹ ਲੋਕ ਭੱਜੇ ਆਉਣਗੇ, ਤੁਹਾਡੇ ਆ ਕੇ ਚਰਨਾਂ ਨੂੰ ਫੜ ਫੜ ਕੇ ਮਾਫੀਆਂ ਮੰਗਣਗੇ। ਮਹਾਰਾਜ ਮਾਫ ਕਰ ਦਿਓ, ਆਪਣੇ ਸਿੱਖ ਨੂੰ ਮੋੜ ਲਵੋ, ਉਹ ਸਾਨੂੰ ਬਰਬਾਦ ਕਰੀ ਜਾਂਦਾ ਹੈ। ਮੈਂ ਇਹੋ ਜੀ ਮਾਰ ਮਾਰਾਂਗਾ। ਇਹੀ ਲੋਕ ਜਿਹੜੇ ਤੁਹਾਨੂੰ ਅੱਜ ਕੈਦ ਕਰਕੇ ਕਸ਼ਟ ਦਿੰਦੇ ਪਏ ਨੇ, ਇਹ ਲੋਕ ਤੁਹਾਡੇ ਚਰਨਾਂ 'ਤੇ ਆ ਕੇ ਮਾਫੀਆਂ ਮੰਗਣਗੇ। ਇਹ ਸਿੱਖ ਦੇ ਵਿੱਚ ਕਰਾਮਾਤਾਂ ਆ ਗਈਆਂ ਨਾ ਮਹਾਰਾਜ ਦਾ ਪ੍ਰਸ਼ਾਦ ਖਾ ਕੇ। ਇਹ ਤਾਂ ਕਹਿ ਰਿਹਾ ਵੀ ਮਹਾਰਾਜ ਇਹ ਤਾਕਤਾਂ ਮੇਰੇ ਕੋਲ ਨੇ, ਤੁਸੀਂ ਹੁਕਮ ਕਰੋ, ਮੈਂ ਇਹਨਾਂ ਨੂੰ ਨਸ਼ਟ ਕਰ ਦੇਵਾਂ। ਇਮ ਸਿੱਖ ਤੇ ਸੁਣ ਕਰ ਮੁਸਕਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਦੋਂ ਸਿੱਖ ਦੇ ਕੋਲੋਂ ਇਹ ਬਚਨ ਸੁਣੇ ਨਾ, ਕਰਾਮਾਤ ਵਾਲੇ, ਤਾਕਤ ਵਾਲੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸੁਣ ਕੇ ਹੱਸ ਪਏ ਵੀ ਇਹ ਸਿੱਖ ਕਿਹੋ ਜਿਹਾ, ਇਹਨੂੰ ਇਹ ਭੁੱਲ ਗਿਆ ਜਿਸ ਗੁਰੂ ਦਾ ਪ੍ਰਸ਼ਾਦ ਛਕ ਕੇ ਮੇਰੇ ਵਿੱਚ ਇੰਨੀ ਤਾਕਤ ਆਈ ਹੈ, ਉਹ ਗੁਰੂ ਵਿੱਚ ਕਿੰਨੀ ਤਾਕਤ ਹੋਵੇਗੀ। ਸੋ ਇਹ ਭੁੱਲ ਗਿਆ ਇਸ ਗੱਲ ਨੂੰ। ਮੰਨ ਲਓ ਨਦੀ ਦੇ ਵਿੱਚੋਂ ਕੋਈ ਬੰਦਾ ਬਾਲਟੀ ਭਰ ਲਵੇ ਤੇ ਬਾਲਟੀ ਭਰ ਕੇ ਮਾਨ ਕਰੇ ਵੀ ਮੈਂ ਤੇ ਬਾਲਟੀ ਭਰ ਕੇ ਲੈ ਆਂਦੀ, ਪਰ ਨਦੀ ਦਾ ਬਾਲਟੀ ਨਾਲ ਘਟਿਆ ਕੁਝ ਨਹੀਂ ਹੈ। ਨਦੀ ਤੇ ਉਸੇ ਤਰ੍ਹਾਂ ਚੱਲਦੀ ਪਈ ਹੈ। ਗੁਰੂ ਸਮੁੰਦ ਨਦੀ ਸਭ ਸਿੱਖੀ। ਗੁਰੂ ਤੇ ਸਮੁੰਦਰ ਅਥਾਹ ਹੈ, ਬੇਅੰਤ ਹੈ, ਗੁਰੂ ਦਾ ਅੰਤ ਕੋਈ ਨਹੀਂ। ਇਹ ਥੋੜੀ ਜਿਹੀ ਕਰਾਮਾਤ ਪਾ ਕੇ ਸਿੱਖ ਆਪੇ ਤੋਂ ਬਾਹਰ ਹੋ ਗਿਆ। ਮਹਾਰਾਜ ਹੁਕਮ ਹੋਵੇ ਦਿੱਲੀ ਤੇ ਲਾਹੌਰ ਨੂੰ ਗਰਕ ਕਰਦਿਆਂ ਐਸੀਆਂ ਗੱਲਾਂ ਸੁਣ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜਾਣ ਗਏ ਇਹ ਸ਼ਕਤੀ ਨੂੰ ਪਚਾ ਨਹੀਂ ਸਕਦਾ, ਹਜਮ ਨਹੀਂ ਕਰ ਸਕਦਾ, ਇਹ ਸ਼ਕਤੀ ਨੂੰ ਸੰਭਾਲ ਨਹੀਂ ਸਕਦਾ ਹੈ। ਉਹਦੀਆਂ ਗੱਲਾਂ ਸੁਣ ਕੇ ਮਹਾਰਾਜ ਮੁਸਕਰਾਏ ਨੇ, ਥੋੜੇ ਹੱਸ ਪਏ ਹਨ। ਗਈ ਬਾਹੋਂ ਗੁਰ ਹੱਥ ਦਬਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪਣੇ ਪਵਿੱਤਰ ਹੱਥਾਂ ਦੇ ਨਾਲ ਇਹਦੀ ਬਾਹ ਫੜ ਲਈ ਤੇ ਬਾਹ ਫੜ ਕੇ ਮਾੜੀ ਜੀ ਦਬਾ ਦਿੱਤੀ ਮਹਾਰਾਜ ਜੀਆਂ ਨੇ। ਉਹ ਦਬਾਉਣ ਦਾ ਵੀ ਇੱਕ ਕਾਰਨ ਸੀਗਾ। ਮਹਾਰਾਜ ਬੋਲੇ ਤੇ ਕੁਝ ਨਹੀਂ, ਮੁਸਕਰਾ ਕੇ ਇਹ ਜਿਹੜਾ ਸਿੱਖ ਕਹਿੰਦਾ ਸੀ ਨਾ ਵੀ ਦਿੱਲੀ ਲਾਹੌਰ ਦੀਆਂ ਟੱਕਰਾਂ ਕਰਾ ਦਿਆਂਗਾ, ਇਹਦੀ ਬਾਹ ਫੜ ਕੇ ਮਹਾਰਾਜ ਨੇ ਦਬਾ ਲਈ ਤੇ ਦਬਾ ਕੇ ਫਿਰ ਉਸ ਵੇਲੇ ਐਂਚਨ ਕੀਨ ਚੱਕ ਜੇ ਕਹਿ ਪਈ। ਜਿੰਨੀਆਂ ਸ਼ਕਤੀਆਂ ਇਹਦੇ ਵਿੱਚ ਸਨ, ਮਹਾਰਾਜ ਦਾ ਉਹ ਗੰਨਾ ਚੂਪ ਕੇ ਜਿਹੜੀਆਂ ਸ਼ਕਤੀਆਂ ਆਈਆਂ ਸਤਿਗੁਰਾਂ ਨੇ ਸਾਰੀਆਂ ਵਾਪਸ ਖਿੱਚ ਲਈਆਂ। ਬਿਲਕੁਲ ਉਹ ਗੰਨੇ ਦੇ ਫੋਕ ਵਾਂਗ ਖਾਲੀ ਹੋ ਗਿਆ। ਪਹਿਲਾਂ ਭਰਿਆ ਪਿਆ ਸੀ, ਜਰ ਨਹੀਂ ਸਕਿਆ ਸ਼ਕਤੀਆਂ ਨੂੰ। ਕਹਿੰਦਾ ਵੀ ਹੁਕਮ ਕਰੋ, ਮੈਂ ਸਾਰਿਆਂ ਨੂੰ ਨਸ਼ਟ ਕਰ ਦਿਆਂ। ਸਤਿਗੁਰਾਂ ਨੇ ਸਾਰੀਆਂ ਹੀ ਖਿੱਚ ਲਈਆਂ। ਜਿਹੜੀ ਤਾਕਤ ਕਰਕੇ ਤੂੰ ਮਾਨ ਹੰਕਾਰ ਕਰਦਾ ਪਿਆ, ਸਾਡੇ ਸਿੱਖ ਵਿੱਚ ਹੰਕਾਰ ਅਸੀਂ ਰਹਿਣ ਨਹੀਂ ਦੇਣਾ। ਹੰਕਾਰ ਆ ਗਿਆ ਤੇ ਮੁਕਤੀ ਨਹੀਂ ਮਿਲੇਗੀ। ਮਹਾਰਾਜ ਨੇ ਸਾਰੀਆਂ ਸ਼ਕਤੀਆਂ ਉਹਦਾ ਹੱਥ ਫੜ ਕੇ ਖਿੱਚ ਲਈਆਂ ਹਨ। ਸ਼ੂਸ਼ੀ ਦੇਹ ਤਥਾ ਹੋ ਗਈ। ਪਹਿਲਾਂ ਦੇ ਵਾਂਗ ਸ਼ੂਸ਼ਾ ਸਰੀਰ ਖਾਲੀ ਹੋ ਗਿਆ। ਜਿਵੇਂ ਪਹਿਲਾਂ ਸੀ ਨਾ, ਜਿਵੇਂ ਦੇ ਆਪਾਂ ਆਪਣੇ ਸਰੀਰ ਨੇ, ਜਿੰਨੀ ਕੋਈ ਤਾਕਤ ਆਪਣੇ ਕੋਲ ਹੈ, ਇਹੋ ਜਿਹਾ ਸਰੀਰ ਹੋ ਗਿਆ। ਉਹ ਜਿਹੜੀ ਤਾਕਤ ਆਈ ਸੀ ਨਾ ਸ਼ਹਿਰਾਂ ਦੀਆਂ ਟੱਕਰਾਂ ਲਵਾਉਣ ਦੀ, ਸ਼ਹਿਰ ਚੁੱਕ ਕੇ ਮੁੱਦੇ ਉਲਟੇ ਕਰਨ ਦੀ, ਉਹ ਸਾਰੀਆਂ ਸ਼ਕਤੀਆਂ ਮਹਾਰਾਜ ਨੇ ਵਾਪਸ ਲੈ ਲੀਆਂ ਹਨ। ਜਥਾ ਉਗਤੇ ਰਸ ਨਿਕਸਾਵੇ। ਸੰਤੋਖ ਸਿੰਘ ਜੀ ਕਹਿੰਦੇ ਮੈਂ ਉਦਾਹਰਨ ਦੇ ਦਿੰਦਾ
ਜਿਨ੍ਹਾਂ ਲੋਕਾਂ ਨੇ ਗੁੜ ਬਣਦਾ ਵੇਖਿਆ ਹੈ। ਪਹਿਲਾਂ ਗੰਨਾ ਰਸ ਦੇ ਨਾਲ ਭਰਿਆ ਹੁੰਦਾ, ਪਰ ਜਦੋਂ ਉਸ ਗੰਨੇ ਨੂੰ ਕੁਲਾੜੀ ਵਿੱਚ ਦਿੱਤਾ ਜਾਂਦਾ, ਕੋਲੂ ਵਿੱਚ ਦਿੱਤਾ ਜਾਂਦਾ, ਤੇ ਉਹ ਸਾਰਾ ਰਸ ਨਿਕਲ ਜਾਂਦਾ। ਮੁੜ ਕੇ ਕੀ ਰਹਿ ਗਈ? ਪਾਛੀ ਰਹਿ ਗਈ, ਪਰਾਲੀ ਰਹਿ ਗਈ। ਕੱਲਾ ਉਹਦਾ ਰਹਿ ਗਿਆ ਮਗਰੋਂ ਬਚਿਆ ਹੋਇਆ ਕੇਵਲ ਸਾੜਨ ਵਾਸਤੇ। ਕੀ ਰਹਿ ਗਿਆ ਹੈ? ਕਹਿਣ ਲੱਗੇ ਵੀ ਉਹਦੀਆਂ ਮੁੜ ਕੇ ਕੁਝ ਨਹੀਂ ਰਹਿ ਗਿਆ, ਪੱਛੀ ਰਹਿ ਗਈ ਹੈ। ਬਾਅਦ ਵਿੱਚ ਰਾਸਤੇ ਵੇਲਣੇ ਨੇ ਕੱਢ ਲਿਆ। ਇਸੇ ਤਰ੍ਹਾਂ ਕਹਿਣ ਲੱਗੇ ਸਿੱਖ ਦੇ ਵਿੱਚ ਪਹਿਲਾਂ ਸਨ ਕਰਾਮਾਤਾਂ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਕਰਾਮਾਤਾਂ ਖਿੱਚ ਲਈਆਂ। ਹੁਣ ਤੇ ਗੰਨੇ ਦੇ ਫੋਕ ਦੇ ਵਾਂਗ ਬਸ ਖਾਲੀ ਰਹਿ ਗਿਆ, ਹੁਣ ਕੁਝ ਨਹੀਂ ਕੋਲ ਹੈ। ਖੋਰ ਰਹੇ ਬਿਨ ਸਾਰ ਗਿਰਾਵਾ। ਕਹਿਣ ਲੱਗੇ ਵੀ ਜਦੋਂ ਖੋਰ ਰਹਿ ਜਾਵੇ, ਜਦੋਂ ਰਹਿ ਜਾਵੇ ਮਗਰੋਂ ਪੱਛੀ, ਤੇ ਉਹਦਾ ਫਿਰ ਕੁਝ ਨਹੀਂ ਬਣਦਾ ਹੈ। ਆਪਾਂ ਵੇਖਦੇ ਹਾਂ ਖੇਤਾਂ ਵਿੱਚ ਗੰਨਾ ਵੱਢ ਲਿਆ ਜਾਂਦਾ ਨਾ, ਕੱਟ ਲਿਆ ਜਾਂਦਾ, ਬਾਅਦ ਵਿੱਚ ਸੁੱਕੇ ਕੱਖ ਗੰਨੇ ਦੇ ਪਏ ਹੁੰਦੇ, ਉਹਨਾਂ ਦਾ ਬਣਦਾ ਬੁਣਦਾ ਕੁਝ ਨਹੀਂ ਹੈ। ਉਹ ਹਵਾ ਦੇ ਵਿੱਚ ਐਵੇਂ ਹੀ ਇੱਧਰ ਉੱਧਰ ਉੱਡੇ ਫਿਰਦੇ। ਕਹਿਣ ਲੱਗੇ ਇਸੇ ਤਰ੍ਹਾਂ ਮਹਾਰਾਜ ਨੇ ਸਿੱਖ ਦੀ ਕਰਾਮਾਤ ਨੂੰ, ਸ਼ਕਤੀ ਨੂੰ ਖਿੱਚ ਲਿਆ। ਉਹ ਗੰਨੇ ਦੇ ਖੋਲ ਵਾਂਗ, ਪਰਾਲੀ ਵਾਂਗ ਖਾਲੀ ਹੋ ਗਿਆ, ਹੁਣ ਕੁਝ ਨਹੀਂ ਕੋਲ ਰਹਿ ਗਿਆ ਹੈ। ਭਇਓ ਸਾਰ ਰੱਖਿਓ ਮਨ ਮਾਹੀ। ਉਸ ਵੇਲੇ ਜਦੋਂ ਨਿਕਲ ਗਈ ਨਾ ਸਾਰੀ ਸ਼ਕਤੀ, ਹੁਣ ਮਨ ਵਿੱਚ ਉਹ ਵੀ ਜਾਣ ਗਿਆ ਵੀ ਜਿਸ ਗੁਰੂ ਦੇ ਕੋਲੋਂ ਤਾਕਤ ਲਈ ਹੈ, ਕਿਉਂਕਿ ਬੰਦਾ ਜਦੋਂ ਤਾਕਤਵਰ ਹੁੰਦਾ ਨਾ, ਉਦੋਂ ਬੰਦਾ ਰੱਬ ਨੂੰ ਵੀ ਭੁੱਲ ਜਾਂਦਾ। ਇੱਥੋਂ ਤੱਕ ਕਿ ਰੱਬ ਨੂੰ ਵੀ ਆ ਕੇ ਕਹਿੰਦਾ ਵੀ ਤੂੰ ਪਰੇ ਹੋ ਜਾ, ਮੈਂ ਹੀ ਰੱਬ ਹਾਂ। ਜਦੋਂ ਕਿਸੇ ਕੋਲ ਕੋਈ ਨੌਕਰੀ ਹੁੰਦੀ ਹੈ ਨਾ, ਕੋਈ ਅਹੁਦਾ ਹੁੰਦਾ ਹੈ, ਜਾਂ ਕਿਸੇ ਕੋਲ ਮਾਇਆ ਹੁੰਦੀ ਹੈ, ਉਦੋਂ ਬੰਦਾ ਫਿਰ ਬੰਦੇ ਨੂੰ ਬੰਦਾ ਨਹੀਂ ਜਾਣਦਾ। ਉਦੋਂ ਖੁਦ ਆਪਣੇ ਆਪ ਨੂੰ ਦੂਜਿਆਂ ਦਾ ਕਰਮ ਲਿਖਣ ਵਾਲਾ ਵਿਧਾਤਾ ਬਣ ਜਾਂਦਾ ਵੀ ਮੈਂ ਤੁਹਾਨੂੰ ਪਾਲਦਾ, ਮੈਂ ਹੀ ਦਿੰਦਾ। ਭੁੱਲ ਗਿਆ ਨਾ ਸਾਰਾ ਕੁਝ। ਪਰ ਜਦੋਂ ਸਾਰਾ ਕੁਝ ਚਲੇ ਜਾਂਦਾ ਨਾ, ਫਿਰ ਪਤਾ ਲੱਗਦਾ ਵੀ ਨਹੀਂ, ਮੈਂ ਤੇ ਐਵੇਂ ਮਾਣ ਕਰ ਕੀਤਾ, ਮੇਰੇ ਪੱਲੇ ਤੇ ਹੈ ਕੱਖ ਨਹੀਂ ਹੈ। ਕਹਿਣ ਲੱਗੇ ਜਦੋਂ ਸਿੱਖ ਦੀਆਂ ਸ਼ਕਤੀਆਂ ਮਹਾਰਾਜ ਨੇ ਖਿੱਚ ਲਈਆਂ, ਹੁਣ ਜਾ ਕੇ ਅਕਲ ਆਈ, ਮੈਂ ਕਿਸ ਗੁਰੂ ਨੂੰ ਕਹਿੰਦਾ ਪਿਆ ਵੀ ਮਹਾਰਾਜ ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ। ਮੈਂ ਇਹਨਾਂ ਦਾ ਪ੍ਰਸ਼ਾਦ ਛਕ ਕੇ ਤੇ ਮੇਰੇ ਕੋਲ ਸ਼ਕਤੀ ਆਈ ਸੀ। ਜਿਸ ਗੁਰੂ ਦੇ ਪ੍ਰਸ਼ਾਦ ਵਿੱਚ ਇੰਨੀ ਸ਼ਕਤੀ ਹੈ, ਉਸ ਗੁਰੂ ਵਿੱਚ ਕਿੰਨੀ ਤਾਕਤ ਹੋਵੇਗੀ। ਇਹ ਮੇਰੇ ਕੋਲੋਂ ਗਲਤੀ ਹੋਈ ਹੈ, ਹੁਣ ਜਾ ਕੇ ਸਮਝ ਆਈ ਹੈ। ਪ੍ਰਥਮ ਸ਼ਕਤੀ ਔਰ ਪਈਅਤ ਨਾਹੀ। ਉਹ ਜਿਹੜੀਆਂ ਸ਼ਕਤੀਆਂ ਪਹਿਲਾਂ ਸਨ ਵੀ ਦਿੱਲੀ ਨੂੰ ਚੁੱਕ ਕੇ ਸੁੱਟ ਦੇਵਾਂ, ਲਾਹੌਰ ਨੂੰ ਚੁੱਕ ਕੇ ਮੈਂ ਮਾਰ ਗਰਕ ਕਰ ਦੇਵਾਂ, ਉਹ ਸ਼ਕਤੀਆਂ ਹੁਣ ਰਹੀਆਂ ਨਹੀਂ ਹਨ। ਪਛਤਾਪ ਕਰਤ ਦੁਖ ਪਾਵੇ। ਹੁਣ ਪਛਤਾਉਣ ਲੱਗ ਪਿਆ ਮਨ ਦੇ ਵਿੱਚ ਵੀ ਜੇ ਮੈਂ ਮਹਾਰਾਜ ਨੂੰ ਨਾ ਕਹਿੰਦਾ, ਹੁਣ ਮਹਾਰਾਜ ਨੇ ਤੇ ਕਰਨੀ ਮਰਜ਼ੀ, ਜੇ ਇਹਨਾਂ ਨੇ ਜੋ ਕਰਨਾ ਉਹਨਾਂ ਨੇ ਕਰਨਾ ਹੀ ਹੈ। ਜੇ ਮੈਂ ਮਹਾਰਾਜ ਨੂੰ ਨਾ ਕਹਿੰਦਾ ਵੀ ਮਹਾਰਾਜ ਮੇਰੇ ਵਿੱਚ ਇੰਨੀ ਤਾਕਤ ਹੈ, ਤੇ ਮਹਾਰਾਜ ਨੇ ਸ਼ਕਤੀ ਮੇਰੇ ਤੋਂ ਵਾਪਸ ਨਹੀਂ ਸੀ ਲੈਣੀ, ਤੇ ਬਾਅਦ ਵਿੱਚ ਮੈਂ ਜੋ ਮਰਜ਼ੀ ਕਰਦਾ ਆਪਣੀ ਸ਼ਕਤੀ ਦੇ ਨਾਲ। ਪਰ ਮੈਂ ਮਹਾਰਾਜ ਨੂੰ ਬੈਠਾ ਦੱਸ, ਤੇ ਸਤਿਗੁਰਾਂ ਨੇ ਕਰਾਮਾਤਾਂ ਲਈਆਂ, ਖਿੱਚ ਖੋਹ ਲਈਆਂ, ਹੁਣ ਮੇਰੇ ਕੋਲ ਕੁਝ ਨਹੀਂ ਰਹਿ ਗਿਆ। ਹੁਣ ਬੈਠਾ ਹੋਇਆ ਪਛਤਾਪ ਕਰਦਾ ਹੈ। ਇਹ ਕਿਆ ਭਇਓ ਹਿਰਦੇ ਮੁਰਝਾਵਾ। ਇਹ ਕੀ ਹੋ ਗਿਆ ਮੇਰੇ ਨਾਲ? ਹੁਣ ਮਨ ਉਦਾਸ ਹੋ ਗਿਆ। ਪਹਿਲਾਂ ਤੇ ਬੜਾ ਘਰੋਂ ਖੁਸ਼ ਆਇਆ, ਛਾਲਾਂ ਮਾਰਦਾ, ਮੇਰੇ ਵਿੱਚ ਬੜੀ ਤਾਕਤ ਹੈ, ਮੈਂ ਗੁਰੂ ਦੀ ਹੋਰ ਸੇਵਾ ਕਰਾਂਗਾ ਕਰਾਮਾਤ ਦੇ ਨਾਲ। ਜਦੋਂ ਹੁਣ ਕਰਾਮਾਤਾਂ ਹੀ ਨਹੀਂ ਰਹੀਆਂ, ਹੁਣ ਜਿਵੇਂ ਫੁੱਲ ਟੁੱਟ ਜਾਵੇ ਟਾਹਣੀ ਨਾਲੋਂ ਤੇ ਮੁਰਝਾ ਜਾਂਦਾ ਹੈ ਨਾ। ਕਹਿਣ ਲੱਗੇ ਮਨ ਹੀ ਮੁਰਝਾ ਗਿਆ, ਉਦਾਸ ਹੋ ਗਿਆ ਵੀ ਇਹ ਮੇਰੇ ਨਾਲ ਕੀ ਹੋਇਆ ਹੈ। ਸਤਿਗੁਰ ਕਹਿਓ ਕਰੋ ਜਿਮ ਹੋਆ। ਮਹਾਰਾਜ ਨਾ ਹੁਣ ਹੱਸ ਪਏ। ਕਹਿਣ ਲੱਗੇ ਸਿੱਖਾ, ਤੂੰ ਹੁਣੇ ਕਹਿੰਦਾ ਸੀ ਨਾ ਵੀ ਮੈਂ ਦਿੱਲੀ ਪੁੱਠੀ ਕਰ ਦਿਆਂ, ਉਲਟੀ ਕਰ ਦਿਆਂ, ਲਾਹੌਰ ਨੂੰ ਮੈਂ ਮੁੱਧਾ ਕਰ ਦਿਆਂ। ਸਤਿਗੁਰੂ ਪਾਤਸ਼ਾਹ ਕਹਿੰਦੇ ਚੱਲ ਤੇਰੀ ਮਰਜ਼ੀ ਹੈ, ਜਾ ਤੈਨੂੰ ਆਗਿਆ ਦਿੱਤੀ, ਕਰਦੇ ਫਿਰ ਦਿੱਲੀ ਪੁੱਠੀ ਹੁਣ ਅਤੇ ਲਾਹੌਰ ਵੀ ਮੁੱਧਾ ਕਰਦੇ। ਅਸੀਂ ਆਨੇ ਆ ਜੇ ਸਾਡਾ ਬਚਨ ਲੈਣਾ ਨਾ, ਆਗਿਆ ਲੈਣੀ ਹੈ, ਭਾਵੇਂ ਤੂੰ ਦਿੱਲੀ ਚੁੱਕ ਕੇ ਜਮਨਾ ਵਿੱਚ ਸੁੱਟ ਦੇ, ਭਾਵੇਂ ਲਾਹੌਰ ਨੂੰ ਚੁੱਕ ਕੇ ਰਾਵੀ ਦੇ ਵਿੱਚ ਸੁੱਟ ਦੇ, ਜਿਵੇਂ ਤੈਨੂੰ ਠੀਕ ਲੱਗਦਾ ਨਾ ਤੂੰ ਉਵੇਂ ਕਰ ਲਾ। ਹੁਣ ਮਹਾਰਾਜ ਜਾਣਦੇ ਵੀ ਕਰਾਮਾਤ ਇਹਦੀ ਖਿੱਚ ਲਈ ਹੈ, ਇਹਦੇ ਹੁਣ ਪੱਲੇ ਕੱਖ ਨਹੀਂ ਰਹਿ ਗਿਆ। ਹੁਣ ਦਿੱਲੀ ਚੁੱਕਣੀ ਤੇ ਦੂਰ ਦੀ ਗੱਲ, ਇਹਦੇ ਕੋਲ ਹੁਣ ਇੱਕ ਇੱਟ ਚੁੱਕਣ ਦੀ ਹੁਣ ਸ਼ਕਤੀ ਨਹੀਂ ਰਹਿ ਗਈ ਹੈ। ਮਹਾਰਾਜ ਹੱਸਦਿਆਂ ਕਹਿਣ ਲੱਗੇ ਸਿੱਖਾ, ਆ 2 ਮਿੰਟ ਹੀ ਪਹਿਲਾਂ ਕਹਿੰਦਾ ਸੀ ਨਾ ਮੈਂ ਦਿੱਲੀ ਤੇ ਲਾਹੌਰ ਚੁੱਕ ਦੇਵਾਂ। ਪਾਤਸ਼ਾਹ ਕਹਿੰਦੇ ਜਾ, ਜਿਵੇਂ ਤੈਨੂੰ ਠੀਕ ਲੱਗਦਾ ਚੁੱਕਦੇ ਜਾ ਕੇ। ਫਿਰ ਸਤਿਗੁਰਾਂ ਨੇ ਇਸ ਤਰ੍ਹਾਂ ਆਖਿਆ ਹੈ, ਟਕਰਾਵੋ ਪੁਰਜੇ ਵੱਢ ਦੋਵਾ। ਮਹਾਰਾਜ ਕਹਿਣ ਲੱਗੇ ਜੇ ਤੇਰਾ ਮਨ ਕਰਦਾ ਹੈ ਨਾ ਵੀ ਦਿੱਲੀ ਤੇ ਲਾਹੌਰ ਦੀ ਮੈਂ ਟੱਕਰ ਲਵਾ ਦਿਆਂ ਆਕਾਸ਼ ਦੇ ਵਿੱਚ, ਤੇ ਪਾਤਸ਼ਾਹ ਕਹਿੰਦੇ ਲਵਾ, ਨਾਲੇ ਅਸੀਂ ਵੀ ਵੇਖ ਲਵਾਂਗੇ ਵੀ ਟੱਕਰ ਕਿਵੇਂ ਲੱਗਦੀ ਹੈ, ਸਾਨੂੰ ਵੀ ਇਹ ਨਜ਼ਾਰਾ ਵੇਖਣਾ ਚੰਗਾ ਲੱਗਦਾ। ਪਾਤਸ਼ਾਹ ਨੇ ਉਸ ਵੇਲੇ ਇਸ਼ਾਰਾ ਦਿੱਤਾ ਹੱਥ ਦਾ, ਕਹਿਣ ਲੱਗੇ ਜਾਓ, ਜਾ ਕੇ ਹੁਣ ਦਿੱਲੀ ਦਾ ਤੇ ਲਾਹੌਰ ਦਾ ਹੁਣ ਟੱਕਰ ਕਰਾਓ ਆਪਸ ਵਿੱਚ, ਅਸੀਂ ਵੀ ਵੇਖੀਏ। ਇਸ ਤਰ੍ਹਾਂ ਆਖਦੇ ਹਨ। ਹਿਮ ਸੁਣ ਕੇ ਬੋਲਿਓ ਕਰ ਜੋਰ। ਜਦੋਂ ਸਤਿਗੁਰਾਂ ਦੇ ਬਚਨ ਸੁਣੇ ਨਾ, ਉਦਾਸ ਹੋਇਆ, ਚਿਹਰਾ ਮੁਰਝਾਇਆ ਹੋਇਆ, ਮਨ ਕਰਕੇ ਵੀ ਉਦਾਸ ਹੋਇਆ। ਹੱਥ ਜੋੜ ਲਿਆ ਮਹਾਰਾਜ ਦੇ ਅੱਗੇ। ਸਿੱਖ ਨੇ ਹੱਥ ਜੋੜ ਕੇ ਕਹਿਣ ਲੱਗਾ ਹੈ, ਭਇਓ ਦੇਨ ਦੇਖ ਤਿੰਨ ਮੁਖ ਔਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਮੁਖ ਵੇਖ ਕੇ ਨਾ ਮਹਾਰਾਜ ਵੱਲ ਵੇਖਿਆ।
ਜਦੋਂ ਮਹਾਰਾਜ ਨੇ ਕਰਾਮਾਤ ਖਿੱਚ ਲਈ, ਆਖਿਆ ਵੀ ਜਾ ਹੁਣ ਜੋ ਮਰਜ਼ੀ ਕਰ, ਤੇ ਸੋਚਦਾ ਵੀ ਪੱਲੇ ਤੇ ਹੁਣ ਕੁਝ ਰਹਿ ਨਹੀਂ ਗਿਆ। ਹੱਥ ਜੋੜੇ ਨਾਲੇ ਸਤਿਗੁਰਾਂ ਦੇ ਮੂੰਹ ਵੱਲੇ ਵੇਖਣ ਲੱਗ ਪਿਆ। ਮਹਾਰਾਜ ਕਿਹੋ ਜਿਹਾ ਮਜ਼ਾਕ ਕਰਦੇ, ਪਹਿਲਾਂ ਤਾਕਤਾਂ ਖੋਹ ਲਈਆਂ, ਹੁਣ ਆਖਦੇ ਵੀ ਜੋ ਮਰਜ਼ੀ ਕਰ। ਸਤਿਗੁਰਾਂ ਦੇ ਵੱਲ ਵੇਖਿਆ ਤੇ ਫਿਰ ਕਹਿਣ ਲੱਗਾ ਹੈ, ਕਰਨ ਹਰਨ ਜਾਕੇ ਤੁਮ ਵਰਤਾ। ਮਹਾਰਾਜ ਮੈਨੂੰ ਤੇ ਸਮਝ ਹੀ ਹੋਣ ਆਈ ਹੈ ਵੀ ਦੁਨੀਆ ਬਣਾਉਣ ਵਾਲੇ ਵੀ ਤੁਸੀਂ ਹੋ ਤੇ ਦੁਨੀਆ ਨਸ਼ਟ ਕਰਨ ਵਾਲੇ ਵੀ ਤੁਸੀਂ ਹੋ। ਜਿਹੜਾ ਦੁਨੀਆ ਬਣਾਉਣ ਦੀ ਤਾਕਤ ਰੱਖਦਾ ਹੈ ਤੇ ਉਹ ਦੁਨੀਆ ਨਾਸ ਕਰਨ ਦੀ ਨਹੀਂ ਰੱਖਦਾ। ਬਣਾਉਣਾ ਤੇ ਔਖਾ ਹੈ, ਤੋੜਨਾ ਤੇ ਬੜਾ ਸੌਖਾ। ਬਾਬਾ ਫਰੀਦ ਸਾਹਿਬ ਜੀ ਦਾ ਕਹਿਣ ਲੱਗੇ ਨਾ, ਕਹਿੰਦੇ ਗਡੰਦਿਆਂ 6 ਮਾਹ ਤੁੜੰਦਿਆਂ 1 ਖਿਣੋ। ਇਹ ਜਿਹੜਾ ਸਰੀਰ ਹੈ ਨਾ 6 ਮਹੀਨੇ ਮਾਂ ਦੇ ਪੇਟ ਦੇ ਵਿੱਚ ਬਣਦਾ। 6 ਮਹੀਨਿਆਂ ਦੇ ਵਿੱਚ ਸਰੀਰ ਦੀ ਬਣਤਰ ਬਣਦੀ ਹੈ, ਪੂਰੇ ਅੰਗ ਬਣਦੇ ਨੇ। ਤੇ ਪਰ ਜਦੋਂ ਸਰੀਰ ਨਸ਼ਟ ਹੁੰਦਾ 1 ਖਿਣੋ, ਫਿਰ ਸਰੀਰ ਨੂੰ ਮਰਨ ਲੱਗਿਆਂ 6 ਮਹੀਨੇ ਨਹੀਂ ਲੱਗਦੇ, ਬਣਨ ਲੱਗਿਆਂ 6 ਮਹੀਨੇ ਜ਼ਰੂਰ ਲੱਗੇ ਨੇ, ਤੇ ਟੁੱਟਣ ਲੱਗਿਆਂ ਤੇ 1 ਮਿੰਟ ਵੀ ਨਹੀਂ ਲੱਗਦਾ। ਭਾਵੇਂ ਤੁਸੀਂ ਉਹਦਾ ਧੌਣ ਵਾੜ ਦਿਓ, ਭਾਵੇਂ ਉਹਨੂੰ ਗੋਲੀ ਮਾਰ ਦਿਓ, ਭਾਵੇਂ ਕੋਈ ਫਾਇਆ ਲੈ ਲਵੇ, ਮਰਨ ਲੱਗਿਆਂ ਤੇ 1 ਮਿੰਟ ਲੱਗਾ, ਪਰ ਸਰੀਰ ਦੇ ਬਣਨ ਲੱਗਿਆਂ 6 ਮਹੀਨੇ ਪਰਮਾਤਮਾ ਨੇ ਲਾਏ। ਮਹਾਰਾਜ ਜੇ ਤੁਸੀਂ ਇਹ ਦੁਨੀਆ ਬਣਾ ਸਕਦੇ ਹੋ, ਮਾਂ ਦੇ ਗਰਭ ਦੇ ਵਿੱਚ ਬੱਚੇ ਦੀ ਪਾਲਣਾ ਕਰ ਸਕਦੇ ਹੋ, ਉਹਨੂੰ ਜਨਮ ਦਿਵਾ ਕੇ ਦੁਨੀਆ 'ਤੇ ਲਿਆ ਸਕਦੇ ਹੋ, ਜੇ ਤੁਸੀਂ ਪੈਦਾ ਕਰ ਸਕਦੇ ਤੇ ਮਹਾਰਾਜ ਮਾਰ ਵੀ ਤੇ ਫਿਰ ਤੁਸੀਂ ਆਪ ਹੀ ਸਕਦੇ ਹੋ ਨਾ। ਮਾਰੈ ਰਾਖੈ ਏਕੋ ਆਪ। ਇਹ ਨਹੀਂ ਵੀ ਮਾਰਨ ਵਾਲਾ ਰੱਬ ਹੋਰ ਹੈ ਤੇ ਬਚਾਉਣ ਵਾਲਾ ਹੋਰ ਹੈ, ਨਹੀਂ, ਬਚਾਉਣ ਵਾਲਾ ਵੀ ਉਹੀ ਹੈ ਤੇ ਮਾਰਨ ਵਾਲਾ ਵੀ ਉਹੀ ਹੈ। ਜਨਮ ਵੀ ਉਹਨੇ ਦੇਣਾ, ਮੌਤ ਵੀ ਉਹਨੇ ਦੇਣੀ ਹੈ। ਪਰ ਮਹਾਰਾਜ ਮੈਨੂੰ ਪਹਿਲਾਂ ਨਹੀਂ ਸੀ ਸਮਝ ਇਸ ਗੱਲ ਦੀ, ਹੁਣ ਮੈਨੂੰ ਸਮਝ ਆਈ ਹੈ ਵੀ ਆਪ ਜੀ ਮਾਰਨ ਵਾਲੇ ਵੀ ਹੋ, ਆਪ ਜੀ ਬਚਾਉਣ ਵਾਲੇ ਵੀ ਹੋ, ਆਪ ਜੀ ਦੁਨੀਆ ਨੂੰ ਭਰਨ ਵਾਲੇ ਹੋ ਜਨਮ ਦੇ ਕੇ, ਆਪ ਜੀ ਦੁਨੀਆ ਨੂੰ ਖਤਮ ਕਰਨ ਵਾਲੇ ਹੋ ਮੌਤ ਦੇ ਕੇ। ਇਹਨੇ ਤੁਸੀਂ ਸਮਰੱਥ ਹੋ, ਇਹ ਮੈਨੂੰ ਅੱਜ ਸਮਝ ਆਈ ਹੈ। ਚਾਹੇ ਕਰੋ ਸਭ ਹਿਨਕੇ ਹਰਤ ਕਰਤਾ। ਮਹਾਰਾਜ ਜੋ ਤੁਸੀਂ ਚਾਹੋ ਉਹ ਤੁਸੀਂ ਕਰ ਸਕਦੇ ਹੋ, ਭਾਵੇਂ ਸਾਰਿਆਂ ਨੂੰ ਨਸ਼ਟ ਕਰ ਦਿਓ, ਭਾਵੇਂ ਸਾਰਿਆਂ ਨੂੰ ਪੈਦਾ ਕਰ ਦਿਓ, ਇਹ ਤਾਕਤਾਂ ਤੁਹਾਡੇ ਵਿੱਚ ਹਨ। ਲਖੀ ਨ ਮਹਿਮਾ ਦੇਖ ਪ੍ਰਤਾਪਾ। ਸਤਿਗੁਰੂ ਮੈਂ ਤੁਹਾਡਾ ਪ੍ਰਤਾਪ ਜਾਣ ਨਹੀਂ ਸਕਿਆ, ਮੈਂ ਭੁੱਲ ਗਿਆ ਨਾ, ਕਿਉਂਕਿ ਅਸੀਂ ਹੌਲੇ ਲੋਕ ਹਾਂ। ਥੋੜੀ ਜੀ ਸਾਡੇ ਕੋਲ ਚੀਜ਼ ਆ ਜਾਵੇ ਨਾ, ਅਸੀਂ ਆਪੇ ਤੋਂ ਬਾਹਰ ਹੋ ਜਾਂਦੇ ਵੀ ਮੈਂ ਪਤਾ ਨਹੀਂ ਕੀ ਬਣ ਗਿਆ। ਹੌਲੇ ਆ ਨਾ, ਸਾਡੇ ਕੋਲ ਉਹ ਜਰਨ ਦੀ ਸ਼ਕਤੀ ਨਹੀਂ ਹੈ, ਸਾਡੇ ਕੋਲ ਉਨੀ ਭਗਤੀ ਨਹੀਂ ਹੈ, ਉਨੀ ਕਰਾਮਾਤ ਨਹੀਂ ਹੈ। ਸੋ ਇਹ ਗੱਲਾਂ ਜਰੀਆਂ ਜਾਂਦੀਆਂ ਭਗਤੀ ਦੇ ਨਾਲ। ਜੇ ਭਗਤੀ ਤੋਂ ਬਿਨਾਂ ਮਿਲ ਜਾਣ ਤੇ ਬੰਦਾ ਰੌਲਾ ਪਾ ਹੀ ਬੈਠਦਾ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਘਰ ਵਿੱਚ ਸੁੱਤੇ ਨਾ, ਵਿਹੜੇ ਦੇ ਵਿੱਚ, ਤੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਤੁਲਸਾ ਨੂੰ ਕਹਿਣ ਲੱਗੇ, ਜਾਓ ਪੁੱਤਰ ਨੂੰ ਆਵਾਜ਼ ਮਾਰੋ, ਪ੍ਰਸ਼ਾਦਾ ਬਣਿਆ ਛਕ ਲੈਣ। ਜਦੋਂ ਤੁਲਸਾ ਦਾਸੀ ਗਈ ਮਹਾਰਾਜ ਜੀਆਂ ਦੇ ਕੋਲ, ਕਹਿਣ ਲੱਗੇ ਸਤਿਗੁਰਾਂ ਦੇ ਚਰਨਾਂ ਦਾ ਅੰਗੂਠਾ ਬਾਹਰ ਨਿਕਲਿਆ ਹੋਇਆ ਚਾਦਰ ਤੋਂ। ਉਹਨੇ ਭਾਵਨਾ ਵਿੱਚ ਆਈ, ਪ੍ਰੇਮ ਦੇ ਵਿੱਚ ਆਈ, ਤੇ ਉਹ ਅੰਗੂਠੇ ਨੂੰ ਮੂੰਹ ਵਿੱਚ ਪਾ ਲਿਆ। ਜਦੋਂ ਅੰਗੂਠੇ ਨੂੰ ਮੂੰਹ ਵਿੱਚ ਪਾਇਆ ਤੇ ਕਰਾਮਾਤੀ ਬਣ ਗਈ। ਉਹਨੂੰ ਗਿਆਨ ਹੋ ਗਿਆ, ਤਿੰਨਾਂ ਲੋਕਾਂ ਦਾ ਸੋਝੀ ਹੋ ਗਈ, ਸ਼ਕਤੀ ਆ ਗਈ। ਪਰ ਉਹ ਬੋਲ ਕੇ ਦੱਸ ਬੈਠੀ, ਕਹਿਣ ਲੱਗੀ ਮਾਤਾ ਜੀ ਕਿਹਨੂੰ ਉਠਾਈਏ, ਇਹ ਤੇ ਸਮੁੰਦਰ ਵਿੱਚ ਕਿਸੇ ਦਾ ਜਹਾਜ਼ ਬੰਨੇ ਲਾਉਂਦੇ ਪਏ। ਹੁਣ ਗੱਲ ਤੇ ਸੱਚ ਆਖੀ, ਕਿਉਂਕਿ ਤਾਕਤ ਆ ਗਈ ਨਾ ਵੇਖਣ ਦੀ, ਗੱਲ ਤੇ ਸੱਚ ਕਹੀ। ਮਾਤਾ ਜੀ ਨੂੰ ਸੱਚ ਨਹੀਂ ਲੱਗੀ। ਮਾਤਾ ਕਹਿੰਦੀ ਵੀ ਇਹ ਸਾਡੇ ਪੁੱਤਰ ਨੂੰ ਮਖੌਲ ਕਰਦੀ ਹੈ, ਕਿਉਂਕਿ ਇਹ ਘਰੇ ਵਿਹਲਾ ਜੂ ਬੈਠਾ ਰਹਿੰਦਾ, ਇਹ ਵਿਹਲਾ ਬੈਠਾ ਹੈ, ਮਖੌਲ ਕਰਦੀ ਵੀ ਜਹਾਜ਼ ਬੰਨੇ ਲਾਉਂਦਾ ਪਿਆ। ਜਦੋਂ ਸਤਿਗੁਰੂ ਉੱਠੇ ਮਾਤਾ ਜੀ ਨੇ ਕਹਿ ਹੀ ਦਿੱਤਾ, ਕਹਿਣ ਲੱਗੇ ਪੁੱਤਰ ਅੱਗੇ ਤਾਂ ਲੋਕੀ ਬਾਹਰ ਮਖੌਲ ਕਰਦੇ ਸਨ ਵੀ ਇਹਨਾਂ ਦਾ ਜਵਾਨ ਪੁੱਤਰ ਘਰੇ ਮੰਜੇ ਤੇ ਪਿਆ, ਅੱਜ ਨੌਕਰਾਂ ਨੇ ਕਹਿ ਦਿੱਤਾ ਵੀ ਇਹ ਜਹਾਜ਼ ਬੰਨੇ ਲਾਉਂਦਾ ਪਿਆ। ਹੁਣ ਸਤਿਗੁਰੂ ਜਾਣ ਗਿਆ ਵੀ ਜਹਾਜ਼ ਤੇ ਵਾਕਿਆ ਹੀ ਬੰਨੇ ਲਾਉਂਦੇ ਪਏ ਸੀ। ਇਸ ਨੂੰ ਪਤਾ ਲੱਗ ਗਿਆ, ਕਰਾਮਾਤ ਆ ਗਈ ਹੈ। ਸਤਿਗੁਰਾਂ ਦੇ ਮੁਖੋਂ ਬਚਨ ਨਿਕਲਿਆ। ਮਹਾਰਾਜ ਕਹਿੰਦੇ ਮਾਤਾ ਜੀ ਇਹ ਤੇ ਝੱਲੀ ਹੈ, ਇਹ ਤੇ ਕਮਲੀ ਹੈ, ਇਹਨੂੰ ਕੀ ਪਤਾ ਹੈ। ਸਤਿਗੁਰਾਂ ਦੇ ਮੁਖੋਂ ਬਚਨ ਨਿਕਲਣ ਦੀ ਢੇਰ ਹੈ। ਕਹਿੰਦੇ ਸੱਚੀ ਮੁੱਚੀ ਉਹ ਝੱਲੀ ਹੋ ਗਈ, ਕਮਲੀ ਹੋ ਗਈ, ਕਿਉਂਕਿ ਕਰਾਮਾਤ ਵੀ ਬੰਦਗੀ ਬਿਨਾਂ ਨਹੀਂ ਸਾਂਭੀ ਜਾਂਦੀ ਹੈ। ਜਿਹੜੀ ਚੀਜ਼ ਬਿਨਾਂ ਮਿਹਨਤ ਕੀਤਿਆਂ ਮਿਲੇ ਨਾ, ਉਹ ਬੰਦੇ ਨੂੰ ਖਰਾਬੀ ਕਰਦੀ ਹੈ। ਜਿਹੜੀ ਮਿਹਨਤ ਕਰਕੇ ਮਿਲੇ ਪਚਦੀ ਅਸਲ ਵਿੱਚ ਉਹੀ ਹੈ। ਇਹ ਜਿਹੜਾ ਸਿੱਖ ਹੈ ਨਾ, ਮਿਹਨਤ ਨਹੀਂ ਕੀਤੀ, ਕੇਵਲ ਗੰਨਾ ਹੀ ਚੂਪਿਆ ਮੂੰਹ ਵਿੱਚ ਪਾ ਕੇ ਤੇ ਕਰਾਮਾਤ ਆ ਗਈ, ਤੇ ਫਿਰ ਤੇ ਉਹ ਵਿਖਾਵੇਗਾ ਨਾ ਆਪਣਾ ਵੀ ਮੈਂ ਬੜਾ ਸ਼ਕਤੀਸ਼ਾਲੀ ਹਾਂ। ਇਹੋ ਸ਼ਕਤੀਆਂ ਕਿਤੇ ਬੰਦਗੀ ਕਰਕੇ ਲਈਆਂ ਹੁੰਦੀਆਂ। ਕਈ ਸਾਲ ਬੰਦਗੀ ਕਰਦਾ, ਕਈ ਸਾਲ ਤਪ ਕਰਦਾ, ਕਈ ਸਾਲ ਸੇਵਾ ਕਰਦਾ, ਤੇ ਫਿਰ ਨਾਲ ਜਰਨ ਦੀ ਸ਼ਕਤੀ ਆ ਜਾਣੀ ਸੀ। ਪਰ ਇਹ ਮਿਲ ਗਈ ਬਿਨਾਂ ਹੀ ਸਭ ਕੁਝ ਕੀਤਿਆਂ, ਜਰ ਨਹੀਂ ਸਕਿਆ। ਜਿਵੇਂ ਤੁਲਸਾ ਨੂੰ ਪ੍ਰਾਪਤ ਹੋਈ, ਜਰ ਨਹੀਂ ਸਕੀ, ਦੱਸ ਬੈਠੀ। ਇਸ ਤਰ੍ਹਾਂ ਦੀਆਂ ਬੇਅੰਤ ਸਾਖੀਆਂ ਨੇ ਇਤਿਹਾਸ ਦੇ ਵਿੱਚ। ਸਤਿਗੁਰੂ ਪਾਤਸ਼ਾਹ ਨੂੰ ਹੁਣ ਕਹਿੰਦਾ ਪਿਆ, ਮਹਾਰਾਜ ਮੈਂ ਤੁਹਾਡੇ ਪ੍ਰਤਾਪ ਨੂੰ ਸਮਝ ਨਹੀਂ ਸਕਿਆ,
ਮੇਰੇ ਕੋਲੋਂ ਗਲਤੀ ਹੋਈ ਹੈ। ਕਰਿਓ ਜਨਾਵਨ ਕੋ ਮੈਂ ਆਪਾ। ਮੈਂ ਆਪਣਾ ਆਪ ਜਨਾ ਬੈਠਾ, ਦੱਸ ਬੈਠਾ ਵੀ ਮੈਂ ਐਡਾ ਤਾਕਤਵਰ, ਮੈਨੂੰ ਇਹ ਨਹੀਂ ਅਕਲ ਆਈ ਵੀ ਜਿਸ ਗੁਰੂ ਨੂੰ ਮੈਂ ਆਪਣਾ ਸਭ ਕੁਝ ਦੱਸਦਾ ਤੇ ਵਿਖਾਉਂਦਾ ਪਿਆ, ਉਹ ਗੁਰੂ ਕਿੱਡਾ ਕਰਾਮਾਤੀ ਹੈ। ਮਹਾਰਾਜ ਮੈਂ ਇਸ ਗੱਲ ਨੂੰ ਸਮਝਿਆ ਨਹੀਂ। ਹਾਂ ਕਰੋ ਸਹਾਏ ਗੁਰੂ ਕੀ ਆਬੈ। ਮਹਾਰਾਜ ਮੇਰੇ ਮਨ ਵਿੱਚ ਆ ਗਿਆ ਵੀ ਮੇਰਾ ਗੁਰੂ ਕੈਦ ਹੈ, ਮੈਂ ਗੁਰੂ ਦੀ ਸਹਾਇਤਾ ਕਰਾਂ। ਪਰ ਮੈਂ ਇਹ ਗੱਲ ਭੁੱਲ ਗਿਆ ਵੀ ਅਸਲ ਵਿੱਚ ਸਹਾਇਤਾ ਕਰਨ ਵਾਲਾ ਤੇ ਗੁਰੂ ਹੁੰਦਾ। ਗੁਰੂ ਸਿੱਖ ਦੀ ਸਹਾਇਤਾ ਕਰਦਾ, ਕਦੇ ਸਿੱਖ ਨੇ ਵੀ ਗੁਰੂ ਦੀ ਸਹਾਇਤਾ ਕੀਤੀ ਹੈ। ਇਹ ਮੈਂ ਭੁੱਲ ਗਿਆ ਇਸ ਬਚਨ ਨੂੰ। ਗੁਰੂ ਸਿੱਖ ਦੀ ਸਹਾਇਤਾ ਕਰਦਾ ਜਿਵੇਂ ਮੱਖਣ ਸ਼ਾਹ ਲਬਾਣੇ ਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੀਤੀ ਹੈ। ਗੁਰੂ ਸਿੱਖ ਦੀ ਮਦਦ ਕਰਦਾ ਹੈ ਜਿਵੇਂ ਬਿਧੀ ਚੰਦ ਦੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕੀਤੀ ਹੈ। ਅਸਲ ਵਿੱਚ ਹੁੰਦਾ ਇਹ ਹੈ ਵੀ ਗੁਰੂ ਸਿੱਖ ਦੀ ਮਦਦ ਕਰਦਾ। ਪਰ ਮੈਂ ਭੁੱਲ ਗਿਆ। ਮੈਂ ਸੋਚਿਆ ਮੈਂ ਸਿੱਖ ਇਤਿਹਾਸ ਵਿੱਚ ਪਹਿਲਾ ਇਹੋ ਜਿਹਾ ਸਿੱਖ ਹੋਵਾਂਗਾ ਜਿਹੜਾ ਗੁਰੂ ਦੀ ਮਦਦ ਕੀਤੀ ਜਿਸ ਨੇ। ਮਹਾਰਾਜ ਮੈਂ ਇਹ ਚਾਹੁੰਦਾ ਸੀ ਵਡਿਆਈ ਲੈਣੀ, ਪਰ ਮੈਂ ਭੁੱਲ ਗਿਆ ਸਿੱਖ ਗੁਰੂ ਦੀ ਕੀ ਮਦਦ ਕਰ ਸਕਦਾ ਹੈ। ਇਹ ਤੇ ਗੁਰੂ ਸਮਰੱਥ ਹੁੰਦਾ ਹੈ, ਗੁਰੂ ਸਿੱਖ ਦੀ ਮਦਦ ਕਰਦਾ ਹੈ। ਪਰ ਮੈਂ ਮਹਾਰਾਜ ਉਲਟਾ ਸੋਚਿਆ ਹੈ। ਹਤੋ ਤੁਰਕ ਜੇ ਦੋਖੀ ਸਭਾ। ਮਹਾਰਾਜ ਮੇਰੇ ਮਨ ਵਿੱਚ ਆ ਗਿਆ ਵੀ ਇਹ ਜਿਹੜੇ ਦੋਖੀ ਨੇ ਨਾ, ਦੁੱਖ ਦੇਣ ਵਾਲੇ ਜਾਂ ਦੋਖੀ ਕਹੀਏ ਦਵੈਸ਼ ਵਾਲੇ, ਜਿਨ੍ਹਾਂ ਦੇ ਵਿੱਚ ਪਾਪ ਨੇ, ਜਿਨ੍ਹਾਂ ਵਿੱਚ ਗੁਨਾਹ ਨੇ, ਮੇਰੇ ਮਨ ਵਿੱਚ ਇਹ ਆ ਗਿਆ ਵੀ ਮੈਂ ਇਹਨਾਂ ਨੂੰ ਸਜ਼ਾ ਦੇਵਾਂ। ਪਰ ਮੈਂ ਭੁੱਲ ਗਿਆ ਮੈਂ ਸਜ਼ਾ ਦੇਣ ਵਾਲਾ ਕੌਣ ਆ। ਸਜ਼ਾ ਦੇਣ ਵਾਲਾ ਤੇ ਪ੍ਰਮਾਤਮਾ ਹੈ। ਸਤਿਗੁਰਾਂ ਨੇ ਬਾਣੀ ਵਿੱਚ ਲਿਖਿਆ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ ਦੋਖਣ ਦੇਖਤ ਹੈ, ਪਰ ਦੇਤ ਨਾ ਹਾਰੈ। ਦੋਖਣ ਤੋਂ ਭਾਵ ਹੁੰਦਾ ਹੈ ਸਾਡੇ ਪਾਪ, ਸਾਡੇ ਐਬ, ਸਾਡੇ ਗੁਨਾਹ ਰੱਬ ਵੇਖਦਾ ਪਿਆ, ਪਰ ਉਹ ਸਾਨੂੰ ਦਿੰਦਾ ਹੋਇਆ ਨਹੀਂ ਹਾਰਦਾ। ਪਰਮਾਤਮਾ ਨੇ ਕਦੇ ਇਹ ਨਹੀਂ ਵੇਖਿਆ ਵੀ ਇਸ ਬੰਦੇ ਨੇ 50 ਚੁਗਲੀਆਂ ਕੀਤੀਆਂ, ਅੱਜ ਮੈਂ ਰੋਟੀ ਨਹੀਂ ਦੇਵਾਂਗਾ। ਇਹਨੇ ਅੱਜ 50 ਬੰਦਿਆਂ ਦੀ ਨਿੰਦਿਆ ਕੀਤੀ ਹੈ, ਮੈਂ ਇਹਨੂੰ ਰੋਟੀ ਨਹੀਂ ਦੇਵਾਂਗਾ। ਅੱਜ ਇਹਨੇ 5 ਬੰਦਿਆਂ ਦਾ ਕੰਮ ਵਿਗਾੜਿਆ, ਮੈਂ ਰੋਟੀ ਨਹੀਂ ਦੇਵਾਂਗਾ। ਉਹ ਸਾਡੇ ਦੋਸ਼ ਵੇਖਦਾ ਪਿਆ, ਸਾਡੇ ਪਾਪ ਵੇਖਦਾ ਜ਼ਰੂਰ ਹੈ, ਪਰ ਦੇਤ ਨਾ ਹਾਰੈ। ਦਿੰਦਾ ਹੋਇਆ ਪਿੱਛੇ ਨਹੀਂ ਹਟਦਾ, ਦਿੰਦਾ ਫਿਰ ਵੀ ਪਿਆ। ਕਿਉਂ? ਉਹਨੂੰ ਪਤਾ ਵੀ ਜਿਹੜਾ ਇਹ ਕੰਮ ਕਰਦਾ ਪਿਆ ਇਹਦੀ ਸਜ਼ਾ ਇਹਨੂੰ ਆਪਣੇ ਆਪ ਹੀ ਮਿਲ ਜਾਣੀ ਹੈ, ਮੈਨੂੰ ਸਜ਼ਾ ਦੇਣ ਦੀ ਲੋੜ ਹੀ ਨਹੀਂ। ਜਿਹੋ ਜਿਹਾ ਕਰਮ ਕਰਦਾ ਉਹਦਾ ਫਲ ਭੋਗਣਾ ਪੈਣਾ। ਸਤਿਗੁਰੂ ਪਾਤਸ਼ਾਹ ਜੀ ਮੈਂ ਇਸ ਗੱਲ ਨੂੰ ਭੁੱਲ ਗਿਆ, ਜਿਹੜੇ ਮੁਗਲ ਇਸ ਵੇਲੇ ਪਾਪ ਕਰਦੇ ਪਏ ਇਹਨਾਂ ਨੂੰ ਆਪਣੇ ਕੀਤੇ ਪਾਪ ਦੀ ਸਜ਼ਾ ਆਪੇ ਹੀ ਮਿਲ ਜਾਣੀ ਹੈ। ਮੈਂ ਇਸ ਗੱਲ ਨੂੰ ਭੁੱਲ ਗਿਆ। ਮੈਂ ਸੋਚਿਆ ਵੀ ਮੈਂ ਸਜ਼ਾ ਦੇਵਾਂ, ਇਹ ਮੇਰੇ ਕੋਲੋਂ ਗਲਤੀ ਹੋਈ ਹੈ। ਜਿਵੇਂ ਹਜ਼ਰਤ ਨੇ ਆਖਿਆ ਸੀ ਨਾ, ਮੁਹੰਮਦ ਨੇ ਜਾ ਕੇ, ਹਜ਼ਰਤ ਈਸਾ ਨੇ ਆਖਿਆ ਸੀ ਜਾ ਕੇ ਖੁਦਾ ਨੂੰ, ਕਹਿਣ ਲੱਗਾ ਖੁਦਾ ਮੈਨੂੰ ਦੇ ਜ਼ਿੰਮੇਵਾਰੀ, ਰੋਜੀ ਰੋਟੀ ਮੈਂ ਦੇਵਾਂਗਾ ਦੁਨੀਆ। ਉਹਨਾਂ ਨੇ ਦੇ ਦਿੱਤੀ। ਕਹਿਣ ਲੱਗੇ ਜਾ ਭਾਈ ਤੂੰ ਦੇ ਦਿਆ ਕਰ। ਕਹਿਣ ਲੱਗੇ ਸਾਰੀ ਦੁਨੀਆ ਨੂੰ ਰੋਜੀ ਰੋਟੀ ਦਿੰਦਾ ਹੈ, ਪਰ 2 ਬੰਦਿਆਂ ਨੂੰ ਰੋਜੀ ਰੋਟੀ ਨਾ ਦਿੱਤੀ। ਜਦੋਂ ਸ਼ਾਮ ਪਈ ਨਾ, ਅਗਲਾ ਦਿਨ ਹੋਇਆ, ਪੁੱਛਿਆ ਵੀ ਰੋਜੀ ਰੋਟੀ ਦਿੱਤੀ ਹੈ? ਕਹਿਣ ਲੱਗਾ ਜੀ ਸਾਰਿਆਂ ਨੂੰ ਦਿੱਤੀ, ਪਰ 2 ਬੰਦਿਆਂ ਨੂੰ ਨਹੀਂ ਦਿੱਤੀ ਹੈ। ਕਹਿੰਦੇ ਕਿਉਂ? ਕਹਿਣ ਲੱਗੇ ਇੱਕ ਤੇ ਸੂਰ ਨੂੰ ਨਹੀਂ ਦਿੱਤੀ ਵੀ ਉਹ ਬੜਾ ਗੰਦ ਖਾਂਦਾ, ਗੰਦਾ ਹੈ, ਉਹਨੂੰ ਮੈਂ ਰੋਜੀ ਰੋਟੀ ਨਹੀਂ ਦਿੱਤੀ, ਗੰਦਾ ਜਾਣ ਕੇ, ਭੈੜਾ ਜਾਣ ਕੇ। ਇੱਕ ਕੋ ਬੰਦਾ ਕੁਕਰਮੀ ਸੀ, ਉਹ ਕੁਕਰਮ ਕਰਦਾ, ਮਾੜੇ ਕਰਮ ਕਰਦਾ, ਉਹਨੂੰ ਨਹੀਂ ਦਿੱਤੀ ਹੈ। ਤੇ ਉਸ ਵੇਲੇ ਖੁਦਾ ਜੀ ਕਹਿਣ ਲੱਗੇ, ਕਹਿੰਦੇ ਪੈਗੰਬਰ ਸਾਹਿਬ ਇਹ ਤੇ ਫਿਰ ਗਲਤੀ ਕੀਤੀ ਨਾ, ਤੈਨੂੰ ਨਹੀਂ ਸੀ ਇਹ ਵੇਖਣਾ ਚਾਹੀਦਾ ਵੀ ਇਹਨੇ ਪਾਪ ਕੀਤਾ ਕਿ ਪੁੰਨ ਕੀਤਾ। ਤੇਰਾ ਕੰਮ ਸੀ ਰੋਟੀ ਦੇਣੀ, ਭਾਵੇਂ ਉਹ ਪਾਪ ਕਰੇ ਤੇ ਭਾਵੇਂ ਕਰੇ ਪੁੰਨ। ਫਲ ਦੇਣਾ ਕਰਮਾਂ ਦਾ ਕੰਮ ਹੈ, ਸਜ਼ਾ ਦੇਣੀ ਪਰਮੇਸ਼ਰ ਦਾ ਕੰਮ ਹੈ। ਤੂੰ ਸਜ਼ਾ ਕਿਉਂ ਦਿੱਤੀ? ਜੇ ਅਸੀਂ ਇਸ ਤਰ੍ਹਾਂ ਸਜ਼ਾ ਦੇਣ ਲੱਗੀਏ, ਅੱਧਿਓਂ ਵੱਧ ਦੁਨੀਆ ਭੁੱਖੀ ਬੈਠੀ ਰਵੇ। ਜਿਹੜਾ ਪਾਪ ਕਰੇ ਤੇ ਪਾਪ ਕੌਣ ਨਹੀਂ ਕਰਦਾ? ਕਰਦੇ ਸਾਰੇ ਹੀ ਨੇ, ਕੋਈ ਛੋਟਾ ਕੋਈ ਵੱਡਾ, ਕੋਈ ਲੋਕੇ ਕਰ ਲੈਂਦਾ, ਕੋਈ ਸ਼ਰੇਆਮ ਕਰ ਲੈਂਦਾ, ਕਿਸੇ ਦਾ ਰੌਲਾ ਪੈ ਜਾਂਦਾ, ਕਿਸੇ ਦਾ ਨਹੀਂ ਪੈਂਦਾ, ਪਰ ਕਰਦੇ ਸਾਰੇ ਨੇ, ਹੁੰਦੇ ਸਾਰਿਆਂ ਦੇ ਕੋਲੋਂ। ਸੋ ਇਹ ਮਨੁੱਖ ਸੋਚ ਲੈਂਦਾ ਵੀ ਮੈਂ ਸਜ਼ਾ ਦੇਵਾਂ। ਪਰਮਾਤਮਾ ਸਜ਼ਾ ਨਹੀਂ ਦਿੰਦਾ, ਰੋਜੀ ਰੋਟੀ ਦਿੰਦਾ, ਪਰ ਕੀਤੇ ਕਰਮਾਂ ਦਾ ਹਿਸਾਬ ਉਹ ਇਕੱਠਾ ਹੀ ਕਰਦਾ। ਉਦੋਂ ਫਿਰ ਉਹ ਵੇਖਦਾ ਵੀ ਕੀ ਕਰਨਾ ਹੈ। ਐਸੀ ਕਰੋ ਇਹਨੂੰ ਕਹਿ ਸੰਗ। ਮੇਰੇ ਮਨ ਵਿੱਚ ਆ ਗਿਆ ਵੀ ਮੈਂ ਤੁਰਕਾਂ ਨੂੰ ਮਾਰ ਦੇਵਾਂ, ਇਹਨਾਂ ਨੇ ਮੇਰੇ ਗੁਰੂ ਦੀ ਨਿਰਾਦਰੀ ਕੀਤੀ ਹੈ। ਮਹਾਰਾਜ ਇਹ ਮੇਰੇ ਮਨ ਵਿੱਚ ਗੱਲ ਆ ਗਈ ਹੈ। ਜਰ ਸਮੇਤ ਤਰ ਸਗਰੋ ਭੰਗ। ਮੈਂ ਚਾਹੁੰਦਾ ਸੀ ਵੀ ਜਿਵੇਂ ਰੁੱਖ ਕੋਈ ਮੁੱਢੋਂ ਪੱਟੀਏ ਤੇ ਉਹਦੀਆਂ ਜੜ੍ਹਾਂ ਪੱਟੀਆਂ ਜਾਂਦੀਆਂ, ਮੈਂ ਚਾਹੁੰਦਾ ਸੀ ਵੀ ਇਹ ਮੁਗਲਾਂ ਦਾ ਰਾਜ ਮੈਂ ਜੜ੍ਹਾਂ ਦੇ ਸਮੇਤ ਹੀ ਪੱਟ ਦਿਆਂ, ਇਹਨਾਂ ਦੇ ਪੁੱਤ ਪੋਤਰੇ ਵੀ ਅੱਗੇ ਰਹਿ ਨਾ ਜਾਣ। ਮੈਂ ਇਹ ਚਾਹੁੰਦਾ ਸੀ, ਤਾਂ ਮੈਂ ਆਖਿਆ ਵੀ ਮਹਾਰਾਜ ਹੁਕਮ ਕਰੋ, ਮੈਂ ਇਹਨਾਂ ਨੂੰ ਨਸ਼ਟ ਕਰ ਦੇਵਾਂ। ਭਈ ਸ਼ਕਤ ਜਬ ਮੋਹ ਮੈਂ ਭਾਰੀ। ਸਤਿਗੁਰੂ ਪਾਤਸ਼ਾਹ ਜਦੋਂ ਮੇਰੇ ਵਿੱਚ ਇੰਨੀ ਸ਼ਕਤੀ ਆ ਗਈ ਨਾ, ਤੁਹਾਡਾ ਪ੍ਰਸ਼ਾਦ ਛਕ ਕੇ, ਤੁਹਾਡੇ ਮੂੰਹ ਦੇ ਉਹ ਛਿਲਕੇ ਗੰਨੇ ਦੇ ਜਿਹੜੇ ਮੈਂ ਚੁਬਾ ਲਏ ਆਪਣੇ ਮੂੰਹ ਵਿੱਚ ਪਾ ਕੇ, ਉਹਦੇ ਕਰਕੇ ਮੇਰੇ ਵਿੱਚ ਕਰਾਮਾਤਾਂ ਆ ਗਈਆਂ ਹਨ। ਸਰਬ ਜਥਾਰਥ ਗਿਰਾ ਉਚਾਰੀ। ਮਹਾਰਾਜ ਜਿਵੇਂ ਮੈਂ ਤੁਹਾਨੂੰ ਆਖਿਆ ਸੀ ਨਾ,
ਉਹਦੇ ਵਿੱਚ ਬਿਲਕੁਲ ਝੂਠ ਨਹੀਂ ਹੈ। ਇਹ ਨਹੀਂ ਵੀ ਮੈਂ ਬਹੁਤੀ ਹਵਾ ਵਿੱਚ ਆ ਕੇ ਗੱਲਾਂ ਕੀਤੀਆਂ, ਹਵਾ ਵਿੱਚ ਨਹੀਂ ਮੈਂ ਆਇਆ। ਜੇ ਮੈਂ ਆਖਿਆ ਸੀ ਨਾ ਮੈਂ ਦਿੱਲੀ ਤੇ ਲਾਹੌਰ ਦੀ ਟੱਕਰ ਕਰਵਾ ਦਿਆਂਗਾ, ਤੇ ਮਹਾਰਾਜ ਮੈਂ ਉਦੋਂ ਕਰਵਾ ਵੀ ਸਕਦਾ ਸੀ, ਮੇਰੇ ਵਿੱਚ ਤਾਕਤ ਸੀ। ਮੈਂ ਕੋਈ ਗਲਤ ਬਚਨ ਨਹੀਂ ਉਦੋਂ ਆਖਿਆ, ਜਿਹੜੇ ਆਖੇ ਸਹੀ ਆਖੇ ਹਨ। ਰਾਵਰ ਨੇ ਬਹੁ ਮਮ ਗਹੀ। ਸਤਿਗੁਰੂ ਪਾਤਸ਼ਾਹ ਜੀ, ਇਹ ਤੇ ਤੁਸੀਂ ਮੇਰੀ ਬਾਹ ਫੜ ਲਈ, ਤੇ ਮੇਰੀ ਬਾਹ ਫੜ ਕੇ ਤੁਸੀਂ ਸ਼ਕਤੀਆਂ ਖਿੱਚ ਲਈਆਂ। ਜੇ ਮੈਨੂੰ ਪਤਾ ਹੁੰਦਾ ਵੀ ਤੁਸੀਂ ਸ਼ਕਤੀਆਂ ਖਿੱਚਣੀਆਂ, ਮੈਂ ਤੇ ਛਾਲ ਮਾਰ ਕੇ ਪਰੇ ਹਟ ਦਿੰਦਾ, ਮੈਂ ਕਿਉਂ ਬਾਹ ਫੜਾਉਂਦਾ। ਪਰ ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਇਸ ਤਰ੍ਹਾਂ ਸ਼ਕਤੀਆਂ ਖਿੱਚ ਲੈਣੀਆਂ ਹਨ। ਭਇਓ ਰੰਕ ਨਾ ਸ਼ਕਤ ਕਸ ਰਹੀ। ਮਹਾਰਾਜ ਮੈਂ ਤੇ ਹੁਣ ਗਰੀਬ ਹੋ ਗਿਆ, ਮੈਂ ਤੇ ਹੁਣ ਕੰਗਾਲ ਹੋ ਗਿਆ, ਹੁਣ ਸ਼ਕਤੀ ਕੋਈ ਨਹੀਂ ਰਹਿ ਗਈ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਦੋਂ ਕਈ ਦੇਸ਼ਾਂ ਦੀ ਯਾਤਰਾ ਕਰਕੇ ਅਚਲ ਬਟਾਲੇ ਪਹੁੰਚੇ ਨਾ, ਇੱਥੇ ਸਿੱਧ ਆ ਗਏ। ਮਹਾਰਾਜ ਦੇ ਨਾਲ ਈਰਖਾ ਹੋ ਗਈ। ਈਰਖਾ ਕਰਕੇ ਪਹਿਲਾਂ ਤੇ ਇਹਨਾਂ ਨੇ ਬੜੇ ਲੋਕਾਂ ਨੂੰ ਡਰਾਵੇ ਦਿੱਤੇ, ਜਿਹੜੇ ਉੱਥੇ ਆਏ ਸਨ ਮੰਦਿਰ ਵਿੱਚ, ਸ਼ਿਵਰਾਤਰੀ ਦਾ ਮੰਦਿਰ ਪੂਜਨ ਵਾਸਤੇ ਆਏ। ਪਹਿਲਾਂ ਤੇ ਲੋਕਾਂ ਨੂੰ ਡਰਾਇਆ ਗਿਆ, ਕੋਈ ਸੱਪ ਬਣ ਗਿਆ, ਕੋਈ ਸ਼ੇਰ ਬਣ ਗਿਆ, ਕੋਈ ਅੱਗ ਮੂੰਹ ਵਿੱਚੋਂ ਕੱਢਦਾ, ਕਿਸੇ ਨੇ ਹਨੇਰੀ ਲੈ ਆਂਦੀ, ਕਿਸੇ ਨੇ ਮੀਂਹ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਵੇਖਿਆ ਵੀ ਸਾਡੇ ਡਰਾਇਆ ਕੁਝ ਨਹੀਂ ਬਣਿਆ, ਇਹਨਾਂ ਨੇ ਬੜੇ ਹੱਥ ਕੰਡੇ ਅਪਣਾਏ ਸਿੱਧਾਂ ਨੇ। ਸਤਿਗੁਰਾਂ ਨੇ ਵੇਖਿਆ ਵੀ ਇਹ ਹਟਦੇ ਨਹੀਂ, ਵਾਰ-ਵਾਰ ਇਹੋ ਜਿਹਾ ਕਰਮ ਕਰਦੇ। ਸਤਿਗੁਰਾਂ ਨੇ ਸਾਰੀਆਂ ਸ਼ਕਤੀਆਂ ਹੀ ਖਿੱਚ ਲਈਆਂ, ਖਿੱਚ ਕੇ ਆਪਣੇ ਕੋਲ ਰੱਖ ਲਈਆਂ। ਸਾਰੇ ਚੁੱਪ ਕਰਕੇ ਬੈਠ ਗਏ, ਕੁਝ ਨਹੀਂ ਪੱਲੇ ਰਹਿ ਗਿਆ। ਹੁਣ ਪਛਤਾਉਂਦੇ ਵੀ ਇਹ ਅਸੀਂ ਕੀ ਕਰ ਬੈਠੇ ਆ। ਗੋਰਖਨਾਥ ਦੇ ਸਮੇਤ, ਮਛੰਦਰਨਾਥ ਦੇ ਸਮੇਤ ਸਾਰਿਆਂ ਨੇ ਫਿਰ ਮਾਫੀ ਮੰਗੀ। ਮਹਾਰਾਜ ਅਸੀਂ ਗਲਤੀ ਕੀਤੀ ਹੈ, ਸਾਨੂੰ ਪਤਾ ਨਹੀਂ, ਪਰ ਮਾਫ ਕਰ ਦਿਓ, ਔਰ ਸਾਡੀਆਂ ਕਮਾਈਆਂ ਹੋਈਆਂ ਸ਼ਕਤੀਆਂ ਸਾਨੂੰ ਵਾਪਸ ਕਰ ਦਿਓ। ਸਤਿਗੁਰੂ ਪਾਤਸ਼ਾਹ ਕਹਿੰਦੇ ਬਸ ਤੁਹਾਨੂੰ ਆਹ ਗੱਲ ਯਾਦ ਕਰਵਾਉਣੀ, ਤੁਸੀਂ ਆਪਣੇ ਆਪ ਤੋਂ ਭੁੱਲ ਗਏ, ਹੰਕਾਰੀ ਹੋ ਗਏ, ਤਾਂ ਤੁਹਾਨੂੰ ਅਸੀਂ ਇਹ ਸਜ਼ਾ ਦਿੱਤੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੀ ਐਸਾ ਹੀ ਕੀਤਾ ਹੈ। ਇਹ ਸਿੱਖ ਦੇ ਮਨ ਵਿੱਚ ਮਾਣ ਆਇਆ, ਸਤਿਗੁਰਾਂ ਨੇ ਸਾਰੀ ਸ਼ਕਤੀ ਆਪਣੇ ਕੋਲ ਖਿੱਚ ਕੇ ਇਹ ਖਾਲੀ ਹੋ ਕੇ ਬੈਠਾ ਹੈ। ਆਖਰ ਬਨਾਸਿਓ ਮੋਹ ਮਮ ਦਾਪ। ਮਹਾਰਾਜ ਮੇਰੇ ਮਨ ਦਾ ਹੰਕਾਰ ਸਾਰਾ ਤੁਸੀਂ ਖਤਮ ਕਰ ਦਿੱਤਾ, ਜਿਹੜਾ ਮਾਣ ਆਇਆ ਉਸ ਨੂੰ ਮੁਕਾ ਦਿੱਤਾ ਹੈ। ਜਿ ਬਾਸ਼ਲ ਤਿਮ ਵਰਤੋ ਆਪ। ਮਹਾਰਾਜ ਮੇਰੇ ਕੋਲੋਂ ਗਲਤੀ ਹੋ ਗਈ, ਪਰ ਮੈਂ ਹੁਣ ਬੇਨਤੀ ਕਰਦਾ ਤੁਹਾਡੇ ਚਰਨਾਂ ਵਿੱਚ, ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਉਸੇ ਤਰ੍ਹਾਂ ਕਰੋ। ਮੈਂ ਪਹਿਲਾਂ ਕਹਿੰਦਾ ਸੀ ਨਾ ਮੈਂ ਦਿੱਲੀ ਲਾਹੌਰ ਨੂੰ ਗਰਕ ਕਰਦਿਆਂ, ਲੋਕਾਂ ਨੂੰ ਮਾਰਦਿਆਂ, ਮੈਂ ਗਲਤੀ ਕਰ ਬੈਠਾ। ਮੈਂ ਗਾਂ ਵੀ ਇਹੋ ਜਿਹਾ ਕੋਈ ਬਚਨ ਨਹੀਂ ਕਵਾਂਗਾ। ਮੈਂ ਹੁਣ ਬੇਨਤੀ ਕਰਦਾ, ਜਿਵੇਂ ਤੁਹਾਨੂੰ ਚੰਗਾ ਲੱਗਦਾ ਮਹਾਰਾਜ ਉਸੇ ਤਰ੍ਹਾਂ ਆਪ ਜੀ ਵਰਤਨਾ ਕਰੋ। ਧੀਰ ਸਹਿਤ ਗੰਭੀਰ ਉਧਾਰਾ। ਸਤਿਗੁਰੂ ਪਾਤਸ਼ਾਹ ਜੀ ਆਪ ਧੀਰਜ ਦੇ ਸਮੇਤ ਬੜੇ ਗੰਭੀਰ ਡੂੰਘੇ ਤੇ ਬੜੇ ਉਦਾਰ ਦਾਤੇ ਹੋ। ਕਵਣ ਲਖੈ ਪਿਪਰਾਏ ਤੁਮਾਰਾ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦਾ ਤਾਤ ਪਰ ਕੋਈ ਜਾਣ ਨਹੀਂ ਸਕਦਾ। ਤਾਤ ਪਰ ਹੁੰਦਾ ਸਿਧਾਂਤ, ਤੁਸੀਂ ਕੀ ਕਰਨਾ ਹੈ ਇਹ ਕੋਈ ਨਹੀਂ ਜਾਣਦਾ। ਸਾਡਾ ਕੱਲ ਕਿਵੇਂ ਦਾ ਹੋਵੇਗਾ ਜੋਤਿਸ਼ ਦੇ ਗ੍ਰੰਥ ਦੱਸ ਦਿੰਦੇ, ਤੂੰ ਕੱਲ ਨੂੰ ਜਾਂ ਅਗਲੇ ਸਾਲ ਕੀ ਹੋਣਾ, ਪਰ ਪ੍ਰਮਾਤਮਾ ਨੇ ਕੀ ਕਰ ਦੇਣਾ ਅਗਲੇ ਮਿੰਟ ਦੇ ਵਿੱਚ ਇਹ ਨਹੀਂ ਕਿਸੇ ਨੂੰ ਪਤਾ। ਮਹਾਰਾਜ ਕਹਿਣ ਲੱਗੇ, ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ। ਮੰਤਰ ਤੋਂ ਭਾਵ ਹੁੰਦਾ ਸਲਾਹ। ਪਰਮਾਤਮਾ ਨੇ ਅਗਲੇ ਮਿੰਟ ਵਿੱਚ ਕੀ ਕਰਨਾ ਇਹ ਸਲਾਹ ਦਾ ਕਿਸੇ ਨੂੰ ਨਹੀਂ ਪਤਾ। ਭਾਵੇਂ ਕੋਈ ਲੱਖਾਂ ਦਾਅਵੇ ਕਰੀ ਜਾਵੇ, ਮੈਂ ਬੜੇ ਗ੍ਰੰਥ ਪੜ੍ਹਿਆ, ਮੈਂ ਬੜੀ ਜੋਤਿਸ਼ ਵਿਦਿਆ ਜਾਣਦਾ, ਮੈਂ ਆਉਣ ਵਾਲਾ ਭਵਿੱਖ ਦੱਸ ਸਕਦਾ। ਆਉਣ ਵਾਲਾ ਭਵਿੱਖ ਦੱਸਣ ਵਾਲੇ ਇਹ ਨਹੀਂ ਦੱਸ ਸਕਦੇ ਪਰਮਾਤਮਾ ਨੇ ਅਗਲੇ ਦਿਨ ਕੀ ਕਰ ਦੇਣਾ ਹੈ, ਪਰਮਾਤਮਾ ਨੇ ਅਗਲੇ ਮਿੰਟ ਕੀ ਕਰ ਦੇਣਾ, ਇਸ ਗੱਲ ਨੂੰ ਦੱਸ ਕੋਈ ਨਹੀਂ ਸਕਦਾ, ਕਿਉਂਕਿ ਉਹ ਮਰਜ਼ੀ ਦਾ ਮਾਲਕ ਹੈ। ਝੱਟ ਦੇ ਵਿੱਚ ਹੀ ਉਹ ਜੋ ਮਰਜ਼ੀ ਬਣਾ ਸਕਦਾ, ਜੋ ਮਰਜ਼ੀ ਢਾ ਸਕਦਾ ਹੈ। ਉਹਦੇ ਸਿਧਾਂਤ ਨੂੰ, ਉਹਦੇ ਹੁਕਮ ਨੂੰ ਕੋਈ ਬੁੱਝ ਨਹੀਂ ਸਕਦਾ, ਐਸਾ ਉਹ ਸਮਰੱਥ ਹੈ। ਰਚੋ ਭਵਿੱਖਿਅਤ ਕਿਆ ਸੋ ਬਿਰਤਾਂਤ। ਮਹਾਰਾਜ ਮੈਨੂੰ ਨਹੀਂ ਪਤਾ ਵੀ ਆਉਣ ਵਾਲੇ ਸਮੇਂ ਦਾ ਕੀ ਹੋਣਾ ਹੈ। ਮੈਂ ਤੇ ਆਪਣੇ ਆਪ ਵਿੱਚ ਹੀ ਹੰਕਾਰੀ ਹੋ ਗਿਆ ਵੀ ਮੈਂ ਇਹ ਕਰਾਂਗਾ, ਪਰ ਮੈਨੂੰ ਨਹੀਂ ਪਤਾ ਵੀ ਤੁਸੀਂ ਆਉਣ ਵਾਲੇ ਸਮੇਂ ਵਿੱਚ ਕੀ ਇਤਿਹਾਸ ਬਣਾਉਣਾ, ਕਿਹੜੀ ਕਿਰਪਾ ਕਰਨੀ ਹੈ, ਇਸ ਗੱਲ ਨੂੰ ਮੈਂ ਜਾਣਦਾ ਨਹੀਂ ਹਾਂ। ਮੈਂ ਕੋ ਜਾਣ ਸਕੇ ਅਸ ਭਾਂਤ। ਮਹਾਰਾਜ ਮੈਂ ਤੇ ਕੀ, ਦੁਨੀਆ ਦਾ ਕੋਈ ਬੰਦਾ ਵੀ ਨਹੀਂ ਜਾਣ ਸਕਦਾ ਵੀ ਤੁਸੀਂ ਕੀ ਕਰਨਾ। ਤੁਸੀਂ ਦਿੱਲੀ ਕਿਉਂ ਆਏ ਹੋ, ਦਿੱਲੀ ਕੈਦ ਕਿਉਂ ਹੋਏ ਹੋ, ਉਦੋਂ ਨਹੀਂ ਕੋਈ ਜਾਣਦਾ ਵੀ ਤੁਹਾਡੀ ਸ਼ਹੀਦੀ। ਅੱਜ ਤੇ ਆਪਾਂ ਜਾਣਦੇ ਹਾਂ ਨਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਹੋ ਗਈ। ਅੱਜ ਆਪਾਂ ਇਹ ਜਾਣਦੇ ਹਾਂ ਵੀ ਮੁਗਲਾਂ ਦਾ ਰਾਜ ਖਤਮ ਹੋ ਗਿਆ। ਅੱਜ ਆਪਾਂ ਇਹ ਕਰਦੇ ਵੀ ਔਰੰਗਜ਼ੇਬ ਦੀ ਕੁੱਲ ਖਤਮ ਹੋ ਗਈ। ਅੱਜ ਆਪਾਂ ਨੂੰ ਪਤਾ ਲੱਗਾ, ਪਰ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਗ੍ਰਿਫਤਾਰੀ ਹੋਈ ਹੈ, ਉਦੋਂ ਇਸ ਗੱਲ ਨੂੰ ਕੋਈ ਨਹੀਂ ਸੀ ਜਾਣਦਾ ਵੀ ਮੁਗਲਾਂ ਦਾ ਰਾਜ ਖਤਮ ਹੋ ਜਾਏਗਾ। ਉਦੋਂ ਨਹੀਂ ਸੀ ਕੋਈ ਜਾਣਦਾ ਵੀ ਇਹਨਾਂ ਦੀ ਕੁੱਲ ਖਤਮ ਹੋ ਜਾਏਗੀ, ਕਿਉਂਕਿ ਉਦੋਂ ਨਹੀਂ ਨਾ ਪਤਾ ਵੀ ਸਤਿਗੁਰਾਂ ਨੇ ਅਗਲੇ ਪਲ ਕੀ ਕਰਨਾ ਹੈ।
ਨਾ ਇਸ ਗੱਲ ਨੂੰ ਕੋਈ ਜਾਣ ਸਕਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸੁਣ ਗੁਰੂ ਕੇ ਤੇਗ ਬਹਾਦਰ ਪਾਤਸ਼ਾਹ ਨੇ ਸੁਣੇ ਨਾ, ਜਦੋਂ ਬਚਨ ਸਿੱਖ ਦੀ ਬੇਨਤੀਆਂ ਸੁਣੀਆਂ, ਮਾਫੀਆਂ ਮੰਗਦਾ ਪਿਆ, ਮਹਾਰਾਜ ਕਹਿਣ ਲੱਗੇ ਹਨ, ਕੀਨ ਜਨਾਵਨ ਤਿਸ ਕੋ ਭਨ ਕੈ। ਮਹਾਰਾਜ ਫਿਰ ਦੱਸਣ ਲੱਗੇ, ਕਹਿਣ ਲੱਗੇ, ਸਿੱਖਾ ਹੁਣ ਤੈਨੂੰ ਅਸੀਂ ਦੱਸਦੇ ਹਾਂ ਵੀ ਕੀ ਹੋਣਾ ਹੈ ਜਾਂ ਕੀ ਕਰਨਾ ਹੈ। ਪਾਤਸ਼ਾਹ ਦੱਸਣ ਲੱਗੇ ਹਨ। ਸ਼ਰਧਾ ਧਾਰ ਸੰਗ ਤੇ ਆਇਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੂੰ ਸ਼ਰਧਾ ਰੱਖ ਕੇ ਸਾਡੇ ਨਾਲ ਆਇਆ। ਘਰੋਂ ਤੂੰ ਸ਼ਰਧਾ ਰੱਖ ਕੇ, ਤੇਰੇ ਮਨ ਵਿੱਚ ਸ਼ਰਧਾ ਸੀ ਨਾ, ਭਾਵਨਾ ਸੀ ਨਾ ਵੀ ਮੇਰੇ ਗੁਰੂ ਨੂੰ ਕਸ਼ਟ ਦਿੰਦੇ ਪਏ, ਤਾਂ ਹੀ ਤੂੰ ਸਾਡੇ ਕੋਲ ਆਇਆ। ਤੂੰ ਸ਼ਰਧਾ ਰੱਖ ਕੇ ਆਪਣੇ ਘਰ ਵਿੱਚੋਂ ਆਇਆ ਹੈ। ਸਿੱਖੀ ਧਰਮ ਭਲੇ ਨਿਭਾਇਓ। ਤੇ ਇਹ ਸਿੱਖੀ ਦਾ ਧਰਮ ਤੂੰ ਨਿਭਾਇਆ ਹੈ। ਤੂੰ ਵਾਕਿਆ ਹੀ ਗੁਰੂ ਦਾ ਸਿੱਖ ਹੈ। ਤੂੰ ਸਿੱਖੀ ਨੂੰ ਕਮਾਇਆ ਹੈ। ਇਹ ਤੂੰ ਚੰਗਾ ਕਰਮ ਕੀਤਾ ਹੈ। ਪੁਨ ਤੁਰਕਨ ਕਹਿ ਹੋਰ ਕੁਫੇਰ। ਤੇ ਫਿਰ ਇਹ ਜਿਹੜੇ ਮੁਗਲਾਂ ਦੀਆਂ ਕੁਚਾਲਾਂ ਨੇ, ਖੋਟੀਆਂ ਚਾਲਾਂ, ਖੋਟੇ ਕਰਮ ਹਨ। ਮਨ ਮੇ ਗਿਣਤੀ ਗਿਣਤ ਬਡੇਰ। ਤੇ ਤੂੰ ਮਨ ਦੇ ਵਿੱਚ ਬਹੁਤ ਜ਼ਿਆਦੀ ਗਿਣਤੀਆਂ ਗਿਣੀਆਂ ਵੀ ਇਹ ਮੁਗਲ ਸਾਨੂੰ ਦੁੱਖ ਦਿੰਦੇ, ਇਹ ਮੁਗਲਾਂ ਨੇ ਸਾਡੇ ਗੁਰੂ ਨੂੰ ਕੈਦ ਕੀਤਾ। ਤੂੰ ਇਹੋ ਜਿਹੀਆਂ ਗਿਣਤੀਆਂ, ਇਹੋ ਜਿਹੀਆਂ ਵਿਚਾਰਾਂ ਆਪਣੇ ਮਨ ਦੇ ਵਿੱਚ ਸੋਚੀਆਂ ਹਨ। ਸ਼ੰਕਾ ਕਰੀ ਹਮਾਰੇ ਮਾਹੇ। ਦੂਜੀ ਗੱਲ ਇਹ ਹੈ ਵੀ ਤੂੰ ਸਾਡੇ ਤੇ ਸ਼ੰਕਾ ਕੀਤੀ ਹੈ। ਤੂੰ ਇਹ ਗੱਲ ਭੁੱਲ ਗਿਆ ਵੀ ਜਿਸ ਮੈਂ ਗੁਰੂ ਦਾ ਪ੍ਰਸ਼ਾਦ ਛਕਿਆ, ਉਹ ਗੁਰੂ ਵਿੱਚ ਕਿੰਨੀਆਂ ਕਰਾਮਾਤਾਂ ਹੋਣਗੀਆਂ। ਤੂੰ ਇਸ ਗੱਲ ਨੂੰ ਭੁੱਲ ਕੇ ਸਾਡੇ ਤੇ ਵੀ ਤੈਨੂੰ ਸ਼ੱਕ ਪੈ ਗਿਆ ਵੀ ਸ਼ਾਇਦ ਗੁਰੂ ਨਹੀਂ ਕੁਝ ਕਰ ਸਕਦਾ, ਮੈਂ ਕਰ ਸਕਦਾ, ਮੈਂ ਗੁਰੂ ਨੂੰ ਛੁਡਾ ਸਕਦਾ। ਇਹ ਤੇਰੇ ਮਨ ਵਿੱਚ ਸ਼ੱਕ ਆ ਗਿਆ ਸਾਡੇ ਪ੍ਰਤੀ। ਪਰ ਸਿੱਖ ਦੇ ਮਨ ਵਿੱਚ ਇਹ ਭਰਮ ਨਹੀਂ ਆਉਣਾ ਚਾਹੀਦਾ ਵੀ ਮੇਰਾ ਗੁਰੂ ਇਹ ਕੁਝ ਕਰ ਨਹੀਂ ਸਕਦਾ ਹੈ। ਗੁਰੂ ਸਮਰੱਥ ਹੈ, ਜੋ ਚਾਹਵੇ ਕਰ ਸਕਦਾ। ਪਰ ਇਸ ਵੇਲੇ ਤੇਰੇ ਮਨ ਵਿੱਚ ਇਹ ਗੱਲ ਆ ਗਈ ਵੀ ਸ਼ਾਇਦ ਇਹ ਗੁਰੂ ਨਹੀਂ ਕਰ ਸਕਦਾ, ਮੈਂ ਕਰ ਸਕਦਾ। ਇਸ ਤਰ੍ਹਾਂ ਤੇਰੇ ਮਨ ਵਿੱਚ ਵਿਚਾਰ ਆਈ ਹੈ। ਇਹ ਸਮਰੱਥ ਹੈ ਕਹਿ ਦੋ ਨਾਹੇ। ਤੇਰੇ ਮਨ ਵਿੱਚ ਇਹ ਗੱਲ ਆ ਗਈ ਸੀ ਵੀ ਪਤਾ ਨਹੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਕਤੀਆਂ ਦੇ ਵਿੱਚ ਹਨ ਕਿ ਨਹੀਂ ਹਨ। ਜੇ ਤੇਰੇ ਮਨ ਵਿੱਚ ਇਹ ਗੱਲ ਹੁੰਦੀ ਵੀ ਗੁਰੂ ਖੁਦ ਸ਼ਕਤੀਸ਼ਾਲੀ ਹੈ, ਤੇ ਫਿਰ ਤੂੰ ਇਹੋ ਜਿਹੀਆਂ ਗੱਲਾਂ ਥੋੜੀ ਕਰਨੀਆਂ ਸਨ ਵੀ ਮਹਾਰਾਜ ਮੁਗਲਾਂ ਨੂੰ ਖਤਮ ਕਰਦੇ ਆ। ਤੇਰੇ ਮਨ ਵਿੱਚ ਉਸ ਵੇਲੇ ਗੱਲ ਇਹ ਆ ਗਈ ਸੀ, ਪਤਾ ਨਹੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਸ਼ਕਤੀਆਂ ਹੋਣਗੀਆਂ ਕਿ ਨਹੀਂ ਹੋਣਗੀਆਂ। ਪਰ ਮੇਰੇ ਵਿੱਚ ਨੇ, ਮੈਂ ਉਹਨਾਂ ਸ਼ਕਤੀਆਂ ਦੇ ਨਾਲ ਗੁਰੂ ਦੀ ਰੱਖਿਆ ਕਰਾਂ, ਗੁਰੂ ਦੀ ਮਦਦ ਕਰਾਂ। ਇਹ ਤੇਰੇ ਮਨ ਵਿੱਚ ਵਿਚਾਰ ਆਇਆ ਹੈ। ਜਾਂ ਤੇ ਸ਼ੀਲਕ ਤੁਵਦਿਸ ਕੇਰੇ। ਇਸ ਕਰਕੇ ਮਹਾਰਾਜ ਕਹਿਣ ਲੱਗੇ ਵੀ ਤੂੰ ਇਹ ਗੱਲ ਸੋਚੀ ਹੈ ਨਾ, ਤੇ ਅਸੀਂ ਤੇਰੇ ਵੱਲੇ ਜਾਣ ਬੁੱਝ ਕੇ ਉਹ ਛਿਲਕੇ ਸੁੱਟੇ ਸਨ। ਗੰਨੇ ਦੇ ਛਿਲਕੇ ਜਿਹੜੇ ਚੂਪੇ ਨਾ, ਗੰਨੇ ਅਸੀਂ ਚੂਸੇ ਸਨ, ਛਿਲਕੇ ਅਸੀਂ ਜਾਣ ਬੁੱਝ ਕੇ ਸੱਟੇ ਸਨ ਤੇਰੇ ਘਰ ਨੂੰ, ਵੀ ਤੂੰ ਮੂੰਹ ਵਿੱਚ ਪਾਵੇਂ, ਤੇਰੇ ਵਿੱਚ ਸ਼ਕਤੀਆਂ ਆਉਣ, ਤੂੰ ਇਹੋ ਜਿਹੀਆਂ ਗੱਲਾਂ ਕਰੇ। ਕਿਉਂਕਿ ਅਸੀਂ ਪਹਿਲਾਂ ਹੀ ਜਾਣ ਗਏ ਸਾਂ। ਤੇਰੇ ਮਨ ਵਿੱਚ ਇਹ ਗੱਲ ਆ ਗਈ ਸੀ ਵੀ ਪਤਾ ਨਹੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਵਿੱਚ ਕਰਾਮਾਤ ਹੈ ਕਿ ਨਹੀਂ ਹੈ। ਤੇਰੇ ਮਨ ਵਿੱਚ ਇਹ ਗੱਲ ਆ ਗਈ ਵੀ ਗੁਰੂ ਨੂੰ ਇਹਨਾਂ ਨੇ ਕੈਦ ਕਰ ਲਿਆ, ਪਤਾ ਨਹੀਂ ਗੁਰੂ ਨੂੰ ਛੱਡਣਗੇ ਕਿ ਨਹੀਂ ਛੱਡਣਗੇ। ਤੇ ਮੈਂ ਇਹ ਸਭ ਕੁਝ ਕਰਾਂ। ਅਸੀਂ ਜਾਣ ਬੁੱਝ ਕੇ ਉਹ ਗੰਨੇ ਦੇ ਛਿਲਕੇ ਤੇਰੇ ਘਰ ਸੁੱਟੇ ਵੀ ਤੂੰ ਉਹਨਾਂ ਨੂੰ ਮੂੰਹ ਵਿੱਚ ਪਾਵੇਂ, ਤੇਰੇ ਵਿੱਚ ਕਰਾਮਾਤ ਆਵੇ। ਜੇ ਤੂੰ ਫਿਰ ਇਹੋ ਜਿਹੀਆਂ ਗੱਲਾਂ ਕਰੇ ਜਿਹਦੇ ਕਰਕੇ ਅਸੀਂ ਤੈਨੂੰ ਦਸੀਏ ਵੀ ਅਸੀਂ ਸਮਰੱਥ ਹਾਂ, ਪਰ ਤੇਰੇ ਵਾਂਗੂ ਮਾਨ ਨਹੀਂ ਕਰਦੇ ਹਾਂ। ਤੈ ਕਬ ਆਗੇ ਓਖ ਨਾਹੇਰੇ। ਮਹਾਰਾਜ ਕਹਿਣ ਲੱਗੇ, ਤੂੰ ਦੱਸ ਵੀ ਤੂੰ ਸਾਡੇ ਮੂੰਹ ਵਿੱਚੋਂ ਸੁੱਟੇ ਹੋਏ ਛਿਲਕੇ ਚੂਸ ਲੈ ਮੂੰਹ ਵਿੱਚ ਪਾ ਕੇ। ਕੀ ਗੱਲ, ਤੂੰ ਕਦੇ ਸਾਰੀ ਉਮਰ ਗੰਨਾ ਨਹੀਂ ਸੀ ਵੇਖਿਆ? ਤੈਨੂੰ ਇੰਨੀ ਭੁੱਖ ਲੱਗ ਗਈ ਵੀ ਤੂੰ ਉਹ ਮੂੰਹ ਦੇ ਸੁੱਟੇ ਹੋਏ ਛਿਲਕੇ ਮੂੰਹ ਵਿੱਚ ਪਾਏ? ਉਹ ਤੂੰ ਨਹੀਂ ਪਾਏ, ਉਹ ਅਸੀਂ ਪਵਾਏ। ਤੇਰੀ ਮੱਤ ਨੂੰ ਪ੍ਰੇਰਿਆ ਵੀ ਤੂੰ ਪਾ ਲਵੇਂ ਮੂੰਹ ਦੇ ਵਿੱਚ। ਹੁਣ ਬੰਦੇ ਦੇ ਮੂੰਹ ਵਿੱਚੋਂ ਛਿਲਕਾ ਨਿਕਲੇਗਾ ਤੇ ਉਹਦੇ ਵਿੱਚ ਰਸ ਥੋੜੀ ਹੋਵੇਗਾ, ਰਸ ਤੇ ਪਹਿਲਾਂ ਹੀ ਚੂਸਿਆ ਗਿਆ। ਤੇ ਕੀ ਗੱਲ, ਤੂੰ ਸਾਰੀ ਉਮਰ ਗੰਨਾ ਨਹੀਂ ਚੂਪਿਆ ਜਾਂ ਗੰਨਾ ਵੇਖਿਆ ਨਹੀਂ? ਤੂੰ ਤੇ ਸਾਰੀ ਉਮਰ ਗੰਨੇ ਖਾਧੇ ਹੋਣਗੇ, ਗਲੇਰੀਆਂ ਖਾਧੀਆਂ ਹੋਣਗੀਆਂ। ਗੰਨਾ ਕਿੱਡਾ ਕੁ ਵੱਡਾ ਕੋਈ ਫਲ ਸੀ ਜਿਹੜਾ ਕਦੇ ਮਿਲਣਾ ਨਹੀਂ ਸੀ, ਜਿਹੜਾ ਤੂੰ ਸਾਡੇ ਜੂਠੇ ਛਿਲਕੇ ਚੱਬ ਲੈ। ਉਹਦਾ ਕਾਰਨ ਇਹ ਸੀ ਵੀ ਅਸੀਂ ਤੇਰੀ ਮੱਤ ਨੂੰ ਪ੍ਰੇਰਿਆ ਸੀ ਵੀ ਤੂੰ ਇਹਨਾਂ ਛਿਲਕਿਆਂ ਨੂੰ ਚੱਬੇ। ਇਹਦਾ ਕਾਰਨ ਇਹ ਸੀ ਅਸੀਂ ਤੇਰੇ ਘਰ ਵੱਲ ਜਾਣ ਬੁੱਝ ਕੇ ਸੁੱਟੇ ਸਨ ਵੀ ਤੂੰ ਇਹਨਾਂ ਨੂੰ ਫੜੇ। ਮਹਾਰਾਜ ਕਹਿੰਦੇ ਸਭ ਕੁਝ ਅਸੀਂ ਆਪ ਕੀਤਾ ਹੈ। ਸਵਾਲ ਦੇਖਵੇ ਹੈ ਤਿਸ ਧਾਰੀ। ਮਹਾਰਾਜ ਕਹਿਣ ਲੱਗੇ, ਜਦੋਂ ਅਸੀਂ ਸੱਟੇ ਨਾ ਛਿਲਕੇ ਤੇਰੇ ਵੱਲ, ਨਾਲ ਅਸੀਂ ਤੇਰੀ ਮੱਤ ਨੂੰ ਪ੍ਰੇਰਿਆ। ਤੇਰੀ ਮੱਤ ਵਿੱਚ ਆ ਗਿਆ, ਆ ਗੰਨੇ ਦਾ ਛਿਲਕਾ ਪਿਆ, ਇਹਨੂੰ ਮੂੰਹ ਵਿੱਚ ਪਾ ਕੇ ਵੇਖਾਂ ਕਿੰਨਾ ਕੁ ਸਵਾਦ ਆਉਂਦਾ ਹੈ। ਹੁਣ ਖਾਲੀ ਛਿਲਕੇ ਵਿੱਚੋਂ ਸਵਾਦ ਕੀ ਆਉਣਾ? ਪਰ ਤੇਰੀ ਮੱਤ ਨੂੰ ਅਸੀਂ ਪ੍ਰੇਰਿਆ ਵੀ ਤੇਰੇ ਮਨ ਵਿੱਚ ਇਹ ਗੱਲ ਆਵੇ ਕਿ ਤੂੰ ਇਹਨਾਂ ਛਿਲਕਿਆਂ ਨੂੰ ਮੂੰਹ ਵਿੱਚ ਪਾਉਣਾ ਕਰੇ। ਮੁਖ ਮੈਂ ਪਾਏ ਉਸਟ ਹਮਾਰੀ। ਤੇ ਸਾਡੀ ਉਹ ਜਿਹੜੀ ਉਸ਼ਟ ਸੀਗੀ, ਉਹ ਪਾਇਆ ਹੋਇਆ ਮੂੰਹ ਦੇ ਵਿੱਚ ਗੰਨੇ ਦੀ ਗਲੇਰੀ, ਜਦੋਂ ਤੂੰ ਮੂੰਹ ਵਿੱਚ ਪਾਈ ਉਹਦੇ ਬਹਾਨੇ ਨਾਲ ਅਸੀਂ ਤੈਨੂੰ ਸ਼ਕਤੀਆਂ ਦਿੱਤੀਆਂ ਤੇ ਤੂੰ ਉਹਨਾਂ ਸ਼ਕਤੀਆਂ ਕਰਕੇ ਇਹ ਗੱਲਾਂ ਸਾਡੇ ਕੋਲ ਕੀਤੀਆਂ। ਸਭ ਕੁਝ ਅਸੀਂ ਜਾਣ ਬੁੱਝ ਕੇ ਇਸ ਤਰ੍ਹਾਂ ਕੀਤਾ ਤੇ ਕਰਵਾਇਆ। ਗੁਰੂ ਤੇਗ ਬਹਾਦਰ ਮਹਾਰਾਜ ਜੀ
ਇਸ ਸਿੱਖ ਦੇ ਨਾਲ ਹੋਰ ਕਿਹੜੀਆਂ ਗੱਲਾਂ ਕਰਨਗੇ ਵੀ ਅਸੀਂ ਕੀ ਤੇਰੇ ਨਾਲ ਕਰਵਾਇਆ। ਔਰੰਗਜ਼ੇਬ ਦੇ ਨਾਲ ਕਿਵੇਂ ਸਵਾਲ ਤੇ ਜਵਾਬ ਹੋਣਗੇ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਆਪ ਸੰਗਤਾਂ ਨੇ ਕੱਲ੍ਹ ਨੂੰ ਫਿਰ ਸਮੇਂ ਸਿਰ ਪਹੁੰਚ ਕੇ ਇਸ ਇਤਿਹਾਸ ਦੀ ਲੜੀ ਨੂੰ ਅੱਗੇ ਸਰਵਣ ਕਰਨਾ। ਇਹ ਇਤਿਹਾਸ ਸਾਨੂੰ ਕਿਤਿਓਂ ਵੀ ਨਹੀਂ ਮਿਲੇਗਾ। ਇਹ ਗੁਰੂ ਪਾਤਸ਼ਾਹ ਦਾ ਇਤਿਹਾਸ ਜਿਹੜਾ ਆਪਾਂ ਰੋਜ਼ ਸੁਣਦੇ ਆ ਨਾ, ਰੋਜ਼ ਦੀਆਂ ਘਟਨਾਵਾਂ ਕਿਤਿਓਂ ਨਹੀਂ ਮਿਲਣਗੀਆਂ ਜਿਹੜੀਆਂ ਸਾਨੂੰ ਮਿਲਦੀਆਂ ਪਈਆਂ। ਵੱਡੇ ਭਾਗ ਨੇ। ਆਪ ਸੰਗਤਾਂ ਰੋਜ਼ ਪ੍ਰੇਮ ਨੇਮ ਦੇ ਨਾਲ ਇਹਨਾਂ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਿੱਲੀ ਵਿੱਚ ਹੋਰ ਕਿਹੜੇ ਕੌਤਕ ਕਰਕੇ ਤੇ ਕਿਉਂ ਤੇ ਕਿਵੇਂ ਸ਼ਹੀਦੀ ਦਿੱਤੀ ਹੈ। ਇਹ ਸਾਰੀ ਕਥਾ ਆਪਾਂ ਬੜੀ ਭਾਵਨਾ ਨਾਲ ਸੁਣਾਂਗੇ। ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚਣਾ। ਲੇਖਾ ਹੈ ਕਥਾ ਹੈ ਨਾ ਛੁੱਟੀ ਹੈ, ਕਿਨ ਕਿਨ ਭੁੱਲਨਹਾਰ ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ,